ਗੁਰਦਿਆਲ ਸਿੰਘ ਦਾ ਨਾਵਲ ਕੁਵੇਲਾ ਦਾ ਦੂਸਰਾ ਹਿੱਸਾ। ਕਿੰਨਾ ਚਿਰ ਉਹਨੂੰ ਜਿਵੇਂ ਕੁਝ ਸੁੱਝਿਆ ਹੀ ਨਹੀਂ। ਫਿਰ ਉਹ ਘੱਗੀ ਆਵਾਜ਼ ਨਾਲ ਉਹਨਾਂ ਦੋਹਾਂ ਨੂੰ ਮੋਢਿਓਂ ਫੜ ਕੇ ਵਰਾਇਆ। ਬਸ ਕਰੋ ਜੀ, ਜੋ ਦੀ ਰਜ਼ਾ ਸੀ ਉਹ ਹੋ ਗਿਆ। ਕਿਸੇ ਦੀ ਕੀ ਵਸ, ਪਰ ਉਹ ਸਗੋਂ ਹੋਰ ਉੱਚੀ ਧਾਹਾਂ ਮਾਰ ਰੋਏ। ਦੂਜੇ ਕਮਰੇ 'ਚੋਂ ਦੋ ਰਿਸ਼ਤੇਦਾਰ ਤੀਵੀਆਂ ਵੀ ਇਹ ਕੌਤਕ ਵੇਖਣ ਆ ਗਈਆਂ। ਹੀਰਾ ਦੇਵੀ ਦੀ ਭਰਜਾਈ, ਜੋ ਪਹਿਲਾਂ ਖੂੰਜੇ ਬੈਠੀ ਰੋਂਦੀ ਰਹੀ ਸੀ, ਹੁਣ ਬੇਸੁੱਧ ਹੋ ਕੇ ਇੱਕ ਪਾਸੇ ਡਿੱਗ ਪਈ। ਦੂਜੇ ਕਮਰੇ 'ਚੋਂ ਆਈਆਂ ਤੀਵੀਆਂ ਨੇ ਉਹਨੂੰ ਸੰਭਾਲਿਆ, ਮੂੰਹ 'ਚ ਪਾਣੀ ਪਾਇਆ। ਕਿੰਨਾ ਚਿਰ ਸਾਰਾ ਵਾਤਾਵਰਨ ਬੜਾ ਗਲ ਘੋਟੂ ਬਣਿਆ ਰਿਹਾ। ਅੰਤ ਜਦੋਂ ਚਿੱਤ ਹੌਲੇ ਹੋ ਗਏ ਤਾਂ ਹੀਰਾ ਦੇਵੀ ਨੂੰ ਜਿਵੇਂ ਹੋਸ਼ ਆਈ। ਉਹਨੇ ਅੱਖਾਂ ਐਨਕ ਪੂੰਝਦਿਆਂ ਪਹਿਲਾਂ ਸਾਰਿਆਂ ਦੇ ਉਦਾਸੇ ਚਿਹਰਿਆਂ ਵੱਲ ਤੱਕਿਆ ਤੇ ਫਿਰ ਇੱਕ ਤੀਵੀਂ ਦੀਆਂ ਬਾਹਾਂ ਵਿੱਚ ਨਿਢਾਲ ਪਈ ਹੋਈ ਆਪਣੀ ਭਰਜਾਈ ਵੱਲ। ਇੱਕਦਮ ਦਿਮਾਗ ਨੂੰ ਧੱਕਾ ਜਿਹਾ ਵੱਜਿਆ ਤੇ ਫਿਰ ਇਉਂ ਲੱਗਿਆ ਜਿਵੇਂ ਉਹ ਨਰਕ ਕੁੰਡ ਪਾਪ ਨਗਰੀ 'ਚ ਆ ਵੜੀ ਹੋਵੇ। ਇਹਨਾਂ ਗ੍ਰਸਤੀ ਲੋਕਾਂ ਦੇ ਦੁੱਖਾਂ ਨਾਲ ਉਹਦਾ ਕੀ ਸੰਬੰਧ ਸੀ? ਕੁਝ ਵੀ ਨਹੀਂ। ਫਿਰ ਇਹ ਹੋ ਕੀ ਗਿਆ ਸੀ ਉਹਨੂੰ? ਤੇ ਉਸੇ ਵੇਲੇ ਚੁੱਪਚਾਪ ਉੱਠ ਕੇ ਆਪਣੇ ਕਮਰੇ 'ਚ ਆ ਗਈ। ਰਿਸ਼ਤੇਦਾਰ ਤੀਵੀਆਂ ਉਸ ਵੱਲ ਘੂਰ ਵਹਿੰਦਿਆਂ ਡੌਰ ਭੌਰ ਜਿਹੀਆਂ ਹੋ ਗਈਆਂ। ਭਰਾ ਜੀ ਗੋਡਿਆਂ 'ਚ ਸਿਰ ਦੇ ਕੇ ਡੁਸਕਦੇ ਰਹੇ। ਉਹਨਾਂ ਦੀ ਘਰਵਾਲੀ ਆਪਣੀ ਵੱਡੀ ਭਰਜਾਈ ਦੀਆਂ ਬਾਹਾਂ 'ਚ ਅਜੇ ਵੀ ਨਿਢਾਲ ਪਈ ਹੋਈ ਸੀ। ਹੋਰ ਘੰਟੇ ਪਿੱਛੋਂ ਅੱਜ ਮੁੰਡੇ ਦੀ ਬਜਾਏ ਰੋਟੀ ਭਰਾ ਜੀ ਆਪ ਲੈ ਕੇ ਆਏ। ਬੂਹਾ ਖੋਲ੍ਹਿਆ ਤਾਂ ਉਹਨਾਂ ਨੂੰ ਵੇਖ ਕੇ ਉਹ ਹੈਰਾਨ ਹੋਈ, ਪਰ ਇੱਕਦਮ ਥਾਲ ਫੜ ਕੇ ਬੂਹਾ ਭੀੜ ਦਿੱਤਾ। ਸਵੇਰ ਵੀ ਤੁਸੀਂ ਨਹੀਂ ਖਾਧੀ, ਹੁਣ ਖਾ ਲੈਣਾ। ਭਰਾ ਜੀ ਨੇ ਬੂਹਾ ਰਤਾਕੂ ਖੋਲ ਕੇ ਭਰੜਾਈ ਆਵਾਜ਼ 'ਚ ਕਹਿ ਕੇ ਮੁੜ ਗਏ। ਹੀਰਾ ਦੇਵੀ ਨੇ ਥਾਲ ਤਪਾਈ ਤੇ ਰੱਖਿਆ ਤੇ ਫਿਰ ਬੂਹਾ ਅੰਦਰੋਂ ਬੰਦ ਕਰ ਲਿਆ। ਅੰਦਰ ਅਚਾਨਕ ਹੀ ਹਨੇਰਾ ਜਿਹਾ ਲੱਗਿਆ ਤੇ ਉਹਨੇ ਸਾਹਮਣੀ ਕੰਧ ਤੇ ਲੱਗੀਆਂ ਤਿੰਨੇ ਬੱਤੀਆਂ ਇਕੱਠੀਆਂ ਜਗਾ ਦਿੱਤੀਆਂ। ਵਿਚਕਾਰਲੀ ਉੱਤੇ ਲੱਗਿਆ ਅਸਮਾਨੀ ਰੰਗ ਦਾ ਸ਼ੇਡ ਤੇਜ਼ ਲਿਸ਼ਕਣ ਲੱਗ ਪਿਆ ਤੇ ਉਹਦੀ ਲਿਸ਼ਕ ਬਹੁਤ ਓਪਰੀ ਲੱਗੀ। ਉਸੇ ਵੇਲੇ ਬੁਝਾ ਦਿੱਤੀ। ਰੋਟੀ ਖਾਣ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ। ਮਨ ਜਿਵੇਂ ਭਰਿਆ ਤੇ ਬੋਝਲ ਹੋ ਗਿਆ ਸੀ। ਨਿਤਨੇਮ ਦਾ ਪਾਠ ਕਰਨ ਨੂੰ ਜੀ ਨਹੀਂ ਸੀ ਕਰਦਾ। ਬਿੰਦ ਝੱਟ ਇੱਧਰ ਉੱਧਰ ਉਹ ਬੇਮਤਲਬ ਹੀ ਘੁੰਮਦੀ ਰਹੀ ਤੇ ਫਿਰ ਅਲਮਾਰੀ 'ਚੋਂ ਬਿਸਤਰਾ ਕੱਢ ਕੇ ਆਸਣ ਵਾਲੀ ਥਾਂ ਵਿਛਾ ਲਿਆ ਤੇ ਲੇਟ ਗਈ। ਹੇਠ ਚਟਾਈ ਉੱਤੇ ਦਰੀ ਗਦੈਲਾ ਮੋਟੀ ਸਫੈਦ ਚਾਦਰ ਫੇਰ ਵੀ ਇਉਂ ਜਾਪਦਾ ਸੀ ਜਿਵੇਂ ਰੋੜਿਆਂ ਉੱਤੇ ਲੇਟੀ ਹੋਵੇ। ਭਗਵਾਨ ਤੇ ਰਾਧਾ ਦੀਆਂ ਮੂਰਤੀਆਂ ਸਿਰ ਵੱਲ ਸਨ, ਪਰ ਉਹਨਾਂ ਦੇ ਆਕਾਰ ਸਾਹਮਣੇ ਘੁੰਮਦੇ ਦਿਸ ਰਹੇ ਸਨ। ਕਮਰੇ ਦੀਆਂ ਸਾਰੀਆਂ ਕੰਧਾਂ ਬੱਤੀਆਂ ਵਾਧਰੇ ਉੱਤੇ ਰੱਖੀਆਂ ਤਸਵੀਰਾਂ ਵੀ ਘੁੰਮਦੀਆਂ ਜਾਪੀਆਂ ਸਨ। ਫਿਰ ਅੱਧੀ ਰਾਤ ਅੱਗੇ ਅੱਧੀ ਪਿੱਛੇ ਉਹ ਬੜਵਾਈ ਉੱਠ ਕੇ ਬਹਿ ਗਈ। ਬੱਤੀਆਂ ਜਗ ਰਹੀਆਂ ਸਨ। ਮੂਰਤੀ ਦੇ ਸਾਹਮਣੇ ਰੱਖੀ ਜੋਤ ਬੁਝੀ ਹੋਈ ਸੀ। ਤਪਾਈ ਉੱਤੇ ਥਾਲ ਉਵੇਂ ਰੁਮਾਲ ਨਾਲ ਕੱਜਿਆ ਪਿਆ ਸੀ। ਕੋਲ ਪਾਣੀ ਦਾ ਕਰਮੰਡਲ ਵੀ ਪਿਆ ਸੀ। ਸ਼ਾਇਦ ਜੋਤ ਜਗਾਉਣ ਆਇਆ ਮੁੰਡੂ ਰੱਖ ਗਿਆ ਸੀ। ਸੱਜੇ ਪਾਸੇ ਦੀ ਕੰਧ ਵਾਲੀ ਅਲਮਾਰੀ ਦੀ ਇੱਕ ਤਾਕੀ ਅੱਧੀ ਕੁ ਖੁੱਲੀ ਸੀ ਤੇ ਉਸ ਵਿੱਚੋਂ ਕਾਲੇ ਟਰੰਕ ਤੇ ਅਟੈਚੀ ਕੇਸ ਦੇ ਕੁੰਡੇ ਦਿਸ ਰਹੇ ਸਨ। ਧਿਆਨ ਨਾਲ ਵੇਂਦਿਆਂ ਜਿਵੇਂ ਅੱਖਾਂ ਇਹਨਾਂ ਕੁੰਡਿਆਂ ਤੇ ਜੰਮ ਗਈਆਂ। ਫਿਰ ਮਨ 'ਚ ਉਥਲ ਪੁਥਲ ਜਿਹੀ ਹੋਈ। ਚੁਬੁੱਟ ਮਾਰ ਕੇ ਅਲਮਾਰੀ ਖੋਲ ਲਈ। ਟਰੰਕ 'ਚੋਂ ਇੱਕ ਪੁਰਾਣਾ ਪਰਸ ਕੱਢਿਆ ਤੇ ਇੱਕਦਮ ਉਹਨੂੰ ਰਜ਼ਾਈ 'ਚ ਲੁਕਾ ਲਿਆ। ਦਿਲ ਬੜਾ ਹੀ ਤੇਜ਼ ਧੜਕਿਆ। ਵਿਹੜੇ 'ਚ ਕਿਸੇ ਦੇ ਪੈਰਾਂ ਦਾ ਮੱਧਮ ਖੜਾਕ ਸੁਣ ਰਿਹਾ ਸੀ। ਸਹਿਮ ਕੇ ਉਹਨੇ ਪਰਸ ਪੈਰਾਂ ਹੇਠਾਂ ਦੱਬ ਲਿਆ। ਐਨਕੋਂ ਸਖਣੀਆਂ ਪਾਟੀਆਂ ਅੱਖਾਂ ਨਾਲ ਬੂਹੇ ਵੱਲ ਝਾਕਦੀ ਰਹੀ। ਪੈੜ ਚਾਲ ਹੌਲੀ ਹੋਰ ਮੱਧਮ ਪੈਂਦੀ ਸੁਣਨੋਂ ਹਟ ਗਈ। ਸਹਿਮੇ ਦਿਲ ਨਾਲ ਪਰਸ ਚੁੱਕ ਕੇ ਖੋਲ੍ਹਿਆ ਤੇ ਉਸ 'ਚ ਪਿਆ ਹੋਇਆ ਨਿੱਕ ਸੁੱਕ ਕੱਢਣ ਲੱਗ ਪਈ। ਪਹਿਲੇ ਸੁੱਕੇ ਹੋਏ ਨੌ ਪਾਲਿਸ਼ ਦੀ ਸ਼ੀਸ਼ੀ ਨਿਕਲੀ, ਫਿਰ ਲਿਪਸਟਿਕ, ਉਸ ਪਿੱਛੋਂ ਨਿੱਕਾ ਜਿਹਾ ਗੋਲ ਸ਼ੀਸ਼ਾ। ਸ਼ੀਸ਼ੇ 'ਚ ਮੂੰਹ ਵੇਖਿਆ, ਕੁਝ ਨਹੀਂ ਦਿਸਿਆ। ਸਿਰਹਾਣੇ ਹੇਠੋਂ ਕੱਢ ਕੇ ਐਨਕਾਂ ਲਾਈਆਂ ਤਾਂ ਆਪਣੀ ਸ਼ਕਲ ਬੜੀ ਓਪਰੀ ਲੱਗੀ। ਵਾਲ ਖਿਲਰੇ ਹੋਏ ਸਨ। ਭੂਰੇ ਵਾਲਾਂ ਦੀ ਲਿਟ ਮੱਥੇ ਤੇ ਆ ਗਈ ਸੀ। ਐਨਕ ਹੇਠੋਂ ਸੁੱਜੀਆਂ ਹੋਈਆਂ ਤੇ ਸੂਈਆਂ ਦਿਸਦੀਆਂ ਅੱਖਾਂ ਸਨ, ਪਰ ਇਹਦੇ ਬਾਵਜੂਦ ਚਿਹਰਾ ਨਿਖਰਿਆ ਤੇ ਧੋਤਾ ਲੱਗਦਾ ਸੀ। ਫਿਰ ਮੱਥੇ ਤੋਂ ਲਿਟ ਲਾਂਭੇ ਹਟਾਈ ਤੇ ਹੋਠਾਂ ਨੂੰ ਇੰਝ ਮਰੋੜੀ ਦਿੱਤੀ ਜਿਵੇਂ ਮੁਸਕਰਾ ਰਹੀ ਹੋਵੇ, ਪਰ ਨਾਲ ਦੀ ਨਾਲ ਜਿਵੇਂ ਦਿਲ 'ਚ ਕੁਝ ਕੰਡੇ ਵਾਂਗ ਚੁਭ ਗਿਆ ਹੋਵੇ। ਬੜੀ ਪੀੜ ਹੋਈ। ਸ਼ੀਸ਼ਾ ਹੱਥੋਂ ਛੁੱਟ ਕੇ ਮੁੜ ਪਰਸ 'ਚ ਡਿੱਗ ਪਿਆ। ਹੱਥ ਕੰਬਦਾ ਜਾਪਿਆ। ਅੱਖਾਂ ਸਾਹਮਣੇ ਪਲ ਦਾ ਪਲ ਹਨੇਰਾ ਛਾ ਗਿਆ, ਪਰ ਦੂਜੇ ਪਲ ਹੀ ਉਹਨੇ ਪਰਸ ਦੀ ਚੋਰ ਜੇਬ ਦੀ ਜ਼ੰਜੀਰੀ ਖੋਲ੍ਹੀ ਤੇ ਉਸ 'ਚੋਂ 3-4 ਫੋਟੋ ਕੱਢ ਲਈਆਂ। ਉਹਨਾਂ ਵਿੱਚੋਂ ਇੱਕ ਉਹਨਾਂ ਦੋਹਾਂ ਦੀ ਸੀ ਤੇ ਇੱਕ ਉਹਨਾਂ ਕੱਲਿਆਂ ਦੀ। ਪਹਿਲੀ ਉਸ ਦੋਹਾਂ ਇਕੱਠਿਆਂ ਵਾਲੀ ਵੇਖੀ। ਆਪ ਉਸ ਪੂਰਾ ਸ਼ਿੰਗਾਰ ਕੀਤਾ ਹੋਇਆ ਸੀ। ਬਿੰਦੀ, ਸੁਰਖੀ, ਜੂੜਾ, ਸਾੜੀ ਦਾ ਪੱਲਾ ਸਭ ਠੀਕ ਸਨ। ਐਨਕੋਂ ਸਖਣਾ ਚਿਹਰਾ ਭਰਵਾਂ ਤੇ ਨਿਖਰਿਆ ਹੋਇਆ ਸੀ। ਹੋਠਾਂ ਉੱਤੇ ਮੁਸਕਾਨ ਸੀ, ਪਰ ਫਿਰ ਇਉਂ ਲੱਗਿਆ ਜਿਵੇਂ ਉਹ ਕਿਸੇ ਹੋਰ ਦਾ ਚਿਹਰਾ ਹੋਵੇ। ਮਨ ਉੱਤੇ ਕੋਈ ਅਸਰ ਨਹੀਂ ਹੋਇਆ। ਜਦੋਂ ਉਹਨਾਂ ਕੱਲਿਆਂ ਦੀ ਫੋਟੋ ਵੇਖਣ ਲੱਗੀ ਤਾਂ
ਉਹਨਾਂ ਦੇ ਤਿੱਖੇ ਨੈਣ ਨਕਸ਼ ਖਿੜਿਆ ਚਿਹਰਾ, ਲਿਸ਼ਕਦੇ ਸ਼ਾਹ ਕਾਲੇ ਵਾਲ ਵਹਿੰਦਿਆਂ ਵਹਿੰਦਿਆਂ ਅੰਦਰੋਂ ਹੌਕਾ ਉੱਠ ਕੇ ਸਾਰੇ ਸਰੀਰ 'ਚ ਬਿਜਲੀ ਦੀ ਰੌਂ ਵਾਂਗ ਚਰਨਾਟ ਛੇੜ ਗਿਆ। ਪੋਟੇ ਕੰਬਣ ਲੱਗ ਪਏ, ਹੋਂਠ ਖੰਭ ਟੁੱਟੇ ਪੰਛੀ ਵਾਂਗ ਚਰਨਾਟ ਛੇੜ ਗਏ, ਫੜਫੜਾਉਣ ਲੱਗੇ ਹੋਂਠ ਤੇ ਅੱਖਾਂ ਸਿੱਜ ਗਈਆਂ। ਉਹਨਾਂ ਨਾਲ ਬਿਤਾਏ 3 ਵਰ੍ਹੇ ਸਾਕਾਰ ਹੋ ਗਏ। ਉਸ ਸਮੇਂ 2 ਘੜੀਆਂ ਪਲ ਕਦੇ ਕਾਂ ਤੇ ਗੋਪੀਆਂ ਵਾਂਗ ਤੇ ਕਦੇ ਡੈਣਾ ਪ੍ਰੇਤਾਂ ਵਾਂਗ ਸਾਹਮਣੇ ਆ ਨੱਚਣ ਲੱਗ ਪਏ। ਮਦਨ ਮੋਹਨ ਭਰਾ ਜੀ ਨੇ ਇਹ ਵਾਰ ਉਹਨੂੰ ਲੱਭ ਕੇ ਦਿੱਤਾ ਸੀ। ਜਿਸ ਵੀ ਘਰ ਮੁੰਡੇ ਤੇ ਖਾਨਦਾਨ ਬਾਰੇ ਸੁਣਿਆ ਜਾਣਿਆ ਮਦਨ ਮੋਹਨ ਦੀ ਸਿਆਣਪ ਨੂੰ ਸਲਾਉਣ ਲੱਗ ਪਿਆ। ਆਪਣੀ ਹੀਰੀ ਭੈਣ ਲਈ ਉਹ ਹੀਰਾ ਵਰ ਲੱਭਿਆ ਸੀ। ਦੇਣ ਲੈਣ ਵੇਲੇ ਵੀ ਉਸ ਵੱਡੇ ਭਰਾ ਜੀ ਨੂੰ ਕੋਈ ਅੜਿੱਕਾ ਨਹੀਂ ਸੀ ਪਾਉਣ ਦਿੱਤਾ। ਲੋਕਾਂ ਕਿਹਾ ਜੇ ਇਹਨਾਂ ਦਾ ਪਿਓ ਜਿਉਂਦਾ ਹੁੰਦਾ ਉਸ ਵੀ ਇੰਨਾ ਕੁਝ ਨਹੀਂ ਸੀ ਕਰ ਸਕਣਾ। ਸ਼ਾਬਾਸ਼ੀ ਭਰਾ ਹੋਣ ਤਾਂ ਇਹੋ ਜਿਹੇ। ਸਹੁਰੀ ਗਈ ਤਾਂ ਸੱਸ ਨਨਾਣਾ ਨੇ ਫੁੱਲਾਂ ਦੀ ਖਾਰੀ ਵਾਂਗ ਸਾਂਭ ਕੇ ਰੱਖੀ। ਉਹਨਾਂ ਆਪ ਉਹਨੂੰ ਮੂਰਤ ਬਣਾ ਕੇ ਸਾਹਮਣੇ ਸਜਾਈ ਰੱਖਿਆ। ਪੇਕੀ ਆਈ, ਸਹੁਰੀ ਗਈ, 3 ਵਰ੍ਹੇ ਪਲਾਂ ਛਿਨਾਂ ਵਾਂਗ ਬੀਤ ਗਏ। ਇਹਨਾਂ 3 ਵਰ੍ਹਿਆਂ ਵਿੱਚ ਹੀ ਜਿਵੇਂ ਉਸ 3 ਜਨਮਾਂ ਦੇ ਸਾਰੇ ਸੁੱਖ ਭੋਗ ਕੇ ਮੁਕਾ ਲਏ ਤੇ ਫਿਰ ਇਸ ਸੁੱਖ ਦੁੱਖ ਦੇ ਗ੍ਰਹਿ ਚੱਕਰ 'ਚ ਦੁੱਖਾਂ ਦੀ ਵਾਰੀ ਆਈ। ਉਹ ਅਚਾਨਕ ਬਿਮਾਰ ਪੈ ਗਏ, ਪਹਾੜ ਤੇ ਚਲੇ ਗਏ, ਇੱਕ ਸੈਨੀਟੋਰੀਅਮ 'ਚ ਦਾਖਲ ਹੋ ਗਏ। ਉਹਨੂੰ ਉਹਨਾਂ ਕੋਲ ਜਾਣ ਦੀ ਆਗਿਆ ਇੱਕੋ ਵਾਰ ਮਿਲੀ ਤੇ ਫਿਰ ਉਹ ਤੁਰ ਗਏ। ਸਾਰੀ ਦੁਨੀਆ ਜਿਵੇਂ ਹਨੇਰ ਹੋ ਗਈ, ਕਿਸੇ ਪਾਸੇ ਹੱਥ ਮਾਰਿਆ ਨਹੀਂ ਸੀ ਦਿਸਦਾ, ਜਿਵੇਂ ਉਹ ਕਾਲੀ ਬੋਲੀ ਹਨੇਰੀ 'ਚ ਗੁਆਚ ਗਏ ਹੋਣ। ਉਹਨਾਂ ਦੇ ਜਾਣ ਪਿੱਛੋਂ ਹੀ ਉਹ ਇੱਕ ਮੋਏ ਪੁੱਤਰ ਦੀ ਮਾਂ ਬਣੀ ਤੇ ਇਉਂ ਲੱਗਿਆ ਜਿਵੇਂ ਉਹ ਆਪਣਾ ਸਭ ਕੁਝ ਹੂੰਝ ਕੇ ਲੈ ਗਏ ਹੋਣ, ਹਰ ਸੁੱਖ ਹਰ ਯਾਦ। ਪੇਕੇ ਘਰ ਆਈ ਤਾਂ ਅੰਧਕਾਰ ਹੋਰ ਵੱਧ ਗਿਆ। ਮਦਨ ਮੋਹਨ ਭਰਾ ਨੇ ਲੱਖ ਸਮਝਾਉਣ ਦਾ ਯਤਨ ਕੀਤਾ ਪਰ ਉਹ ਕਿਸੇ ਰਾਹ ਨਹੀਂ ਪੈ ਸਕੀ। ਜਿਉਂ ਉਹ ਅੰਦਰ ਆ ਕੇ ਵੜੀ ਮੁੜ ਬਾਹਰ ਨਹੀਂ ਨਿਕਲੀ। ਸਾਰਿਆਂ ਲਈ ਜਿਵੇਂ ਜ਼ਹਿਮਤ ਬਣ ਖੜੋਤੀ। ਪਰ ਅੰਤ ਦਿੱਲੀ ਵਾਲੇ ਭੂਆ ਜੀ ਆਏ ਆਪਣੇ ਗੁਰੂ ਮੁਨੀ ਗਿਰਰਾਜ ਜੀ ਨਾਲ, ਜਿਵੇਂ ਉਹਦਾ ਉਧਾਰ ਹੀ ਕਰਨ ਆਏ ਸਨ। ਚਿੱਟੀ ਸਾੜੀ, ਬੁੱਢਾ ਪਰ ਭਖਦਾ ਚਿਹਰਾ, ਗਲ 'ਚ ਚੰਦਨ ਦੇ ਮਣਕਿਆਂ ਦੀ ਮਾਲਾ, ਬੜਾ ਪਵਿੱਤਰ ਪ੍ਰਭਾਵ ਪੈਂਦਾ ਸੀ। ਉਹਦੀ ਹਾਲਤ ਵੇਖ ਕੇ ਭੂਆ ਜੀ ਨੇ ਕੋਈ ਚਿੰਤਾ ਨਹੀਂ ਕੀਤੀ। ਗੰਭੀਰ ਹੋ ਕੇ ਬੋਲੀ, ਮੁਨੀ ਜੀ ਦੇ ਚਰਨ ਛੂ ਬੇਟੀ, ਚੱਲ ਕੇ। ਉਹਨਾਂ ਨੇ ਵੱਡੇ ਵੱਡੇ ਪਾਪੀ ਤਾਰ ਦਿੱਤੇ, ਤੇਰੇ ਸਭ ਦੁੱਖ ਨਿਵਰਤ ਕਰਨਗੇ। ਫਿਰ ਉਹ ਜਿਵੇਂ ਮੱਲੋ ਮੱਲੀ ਨਾਲ ਲੈ ਗਏ। ਮੁਨੀ ਜੀ ਦਾ ਵਿਖਿਆਨ ਕਈ ਦਿਨ ਚੱਲਦਾ ਰਿਹਾ। ਇੱਕ ਦਿਨ ਭੂਆ ਜੀ ਨੇ ਉਹਨਾਂ ਨੂੰ ਘਰ ਰੋਟੀ ਵੀ ਕੀਤੀ ਤੇ ਉਹ ਤੋਂ ਮੱਥਾ ਟਿਕਾ ਕੇ ਅਸੀਸ ਦਵਾ ਕੇ ਮੁਨੀ ਜੀ ਦੀਆਂ ਮਿਹਰਾਂ ਨਾਲ ਸਾਰੇ ਦੁੱਖ ਨਿਵਰਤ ਕਰਾ ਦਿੱਤੇ। ਉਸ ਦਿਨ ਪਿੱਛੋਂ ਹੀਰਾ ਦੇਵੀ ਨੂੰ ਇਉਂ ਜਾਪਿਆ ਜਿਵੇਂ ਉਹ 7ਵੇਂ ਅਸਮਾਨੋਂ ਤਲਵਾਰ ਦੀ ਧਾਰ ਤੇ ਤੁਰਦੀ ਤੁਰਦੀ ਡਿੱਗ ਪਈ ਹੋਵੇ। ਤਲਵਾਰ ਦੀ ਧਾਰ ਤੇ ਤੁਰਨਾ ਕਿੰਨਾ ਭਿਆਨਕ ਸੀ ਤੇ ਪਤਾਲ 'ਚ ਭਗਵਾਨ ਦੇ ਹੱਥਾਂ ਤੇ ਜਾ ਡਿੱਗਣਾ ਕਿੰਨਾ ਸੁਖਦਾਈ ਸੀ। ਸੱਚਮੁੱਚ ਉਹਨੂੰ ਆਪਦੇ ਸਾਰੇ ਪਿਛਲੇ ਜੀਵਨ ਦੇ ਸਾਰੇ ਦੁੱਖਾਂ ਦਾ ਅੰਤ ਹੋ ਗਿਆ ਜਾਪਿਆ। ਬੀਤਿਆ ਜੀਵਨ ਸਭ ਝੂਠ ਜਾਪਣ ਲੱਗ ਪਿਆ। ਇਹ ਸੰਸਾਰ ਮਿੱਥਿਆ ਮਾਇਆ ਦਿਸਣ ਲੱਗ ਪਿਆ। ਥਾਲੀ ਦੇ ਪਾਣੀ ਵਾਂਗ ਡੋਲਦਾ ਮਨ ਹੌਲੀ ਹੌਲੀ ਟਿਕਦਾ ਗਿਆ। ਉਸ ਬਾਣਾ ਬਦਲ ਲਿਆ, ਖਾਣਾ ਬਦਲ ਲਿਆ। ਜਿੱਧਰ ਸੇਧ ਕਰਕੇ ਮੁਨੀ ਜੀ ਤੇ ਭੂਆ ਜੀ ਤੋਰ ਗਏ ਸਨ ਉਧਰ ਹੀ ਨੱਕ ਦੀ ਸਿੱਧੇ ਤੁਰ ਪਈ। ਬੜਾ ਸਿੱਧਾ ਰਾਹ ਜਾਪਿਆ। ਪਹਿਲਾਂ ਉਸ ਆਪਣੇ ਹੀ ਘਰ ਸਤਸੰਗ ਆਰੰਭ ਕੀਤਾ, ਫਿਰ ਕਈ ਭਗਤ ਲੋਕਾਂ ਦੇ ਘਰੀ। ਉਸ ਤੋਂ ਪਿੱਛੋਂ ਆਪਣੇ ਭਰਾ ਜੀ ਨੂੰ ਕਹਿ ਕੇ ਇੱਕ ਸਸਤੀ ਥਾਂ ਲੈ ਕੇ ਸਤਸੰਗ ਮੰਦਰ ਉਸਾਰਿਆ। ਇਹਦੇ ਲਈ ਉਹ ਆਪ ਝੋਲੀ ਅੱਡ ਕੇ ਪੈਸਾ ਮੰਗਿਆ। ਕਈ ਹਜ਼ਾਰ ਤਾਂ ਕੁਝ ਧਨਾੜ ਲੋਕਾਂ ਨੇ ਦੇ ਦਿੱਤਾ ਸੀ। ਲੋੜ ਜੋਗਾ ਹੋਰ ਵੀ ਉਹ ਦੇ ਸਕਦੇ ਸੀ, ਧਰਮ ਦਾ ਕੰਮ ਸੀ। ਪਰ ਉਹਨੂੰ ਇਹ ਮਨਜ਼ੂਰ ਨਹੀਂ ਹੋਇਆ ਤੇ ਬਾਕੀ ਉਹਨੇ ਫਿਰ ਤੁਰ ਕੇ ਇਕੱਠਾ ਕੀਤਾ। ਉਹਦੇ ਵਿਚਾਰ ਅਨੁਸਾਰ ਹਰ ਨਿੱਕੇ ਵੱਡੇ ਦਾ ਹਿੱਸਾ ਇਸ ਧਰਮ ਸਥਾਨ 'ਚ ਹੋਣਾ ਚਾਹੀਦਾ ਸੀ। ਦਿਨੋਂ ਦਿਨ ਹੀਰਾ ਦੇਵੀ ਦੀ ਸ਼ੋਭਾ ਵੱਧਦੀ ਗਈ। ਘਰ ਘਰ ਚਰਚਾ ਹੋਣ ਲੱਗੀ। ਮੰਦਰ ਦੀ ਉਸਾਰੀ ਵੇਲੇ ਉਹ ਆਪ ਗਾਰੇ ਦੀਆਂ ਤਗਾਰੀਆਂ ਚੁੱਕਦੀ। ਹੋਰ ਵੀ ਕਿੰਨੀਆਂ ਹੀ ਤੀਵੀਆਂ ਕਾਰ ਸੇਵਾ ਲਈ ਆਉਂਦੀਆਂ। ਤੇ ਜਦੋਂ ਮੰਦਰ ਬਣ ਕੇ ਤਿਆਰ ਹੋਇਆ ਤੇ ਮੂਰਤੀਆਂ ਦੀ ਸਥਾਪਨਾ ਦੀ ਰਸਮ ਹੋਈ ਤਾਂ ਇਸ ਦੀ ਰੌਣਕ ਵੇਖ ਕੇ ਲੋਕ ਹੈਰਾਨ ਰਹਿ ਗਏ। 2 ਦਿਨ ਅਖੰਡ ਕੀਰਤਨ ਹੋਇਆ, ਗੁਰਦੇਵ ਜੀ ਦੇ ਵਿਖਿਆਨ ਹੋਏ ਤੇ ਖੁੱਲ੍ਹਾ ਲੰਗਰ ਚੱਲਦਾ ਰਿਹਾ। ਉਸ ਪਿੱਛੋਂ ਇਹ ਸਤਸੰਗ ਮੰਦਰ ਇਸਤਰੀਆਂ ਦਾ ਜਿਵੇਂ ਅਤ ਪਵਿੱਤਰ ਤੀਰਥ ਹੀ ਬਣ ਗਿਆ। ਹਰ ਰੋਜ਼ 2 ਵੇਲੇ ਕੀਰਤਨ ਹੁੰਦਾ, ਕਥਾ ਹੁੰਦੀ ਤੇ ਤੀਵੀਆਂ ਢਾਣੀਆਂ ਬੰਨ੍ਹ ਕੇ ਸੁਣਨ ਆਉਂਦੀਆਂ। ਮੰਦਰ ਦੇ ਨਾਲ ਕਿੰਨੀ ਸਾਰੀ ਥਾਂ ਖਾਲੀ ਸੀ। ਮੰਦਰ ਉਸਾਰਨ ਵੇਲੇ ਹੀ ਉੱਥੇ ਆਏ ਗਏ ਸਾਧੂ ਸੰਤਾਂ ਤੇ ਮਹਾਤਮਾਵਾਂ ਦੀ ਰਿਹਾਇਸ਼ ਲਈ ਕੁਝ ਕਮਰੇ ਬਣਵਾ ਕੇ ਉਹਨਾਂ ਉੱਤੇ ਚੁਬਾਰੇ ਵੀ ਪਵਾ ਲਏ ਸਨ। ਸਾਧੂ ਸੰਤ ਕਦੇ ਆਉਂਦੇ ਤਾਂ ਹੇਠਲੇ ਕਮਰਿਆਂ 'ਚ ਠਹਿਰ ਜਾਂਦੇ। ਚੁਬਾਰਿਆਂ 'ਚ ਉਸ ਆਪਣਾ
ਅਸਥਾਈ ਰਿਹਾਇਸ਼ ਰੱਖੀ ਹੋਈ ਸੀ। ਉੱਥੇ ਧਾਰਮਿਕ ਗ੍ਰੰਥ ਲਿਆ ਕੇ ਰੱਖੇ ਸਨ, ਨਵੇਂ ਪਲੰਗ, ਆਸਣ, ਬਿਸਤਰੇ, ਭਾਂਡੇ ਸਾਧੂ ਸੰਤਾਂ ਲਈ ਬਣਾਏ ਸਨ। ਦਿਨ ਰਾਤ ਉਹਨੂੰ ਇਸ ਮਹਾਨ ਕਾਰਜ ਵਿੱਚ ਖਚਤ ਹੋ ਕੇ ਆਪਣਾ ਆਪ ਵੀ ਵਿਸਰਿਆ ਰਹਿੰਦਾ ਸੀ। ਮਨ ਇਸੇ ਲਗਨ 'ਚ ਲੱਗਿਆ ਰਹਿੰਦਾ ਕਿ ਸੰਸਾਰ ਦੇ ਨਰਕੀ ਜੀਵਾਂ ਨੂੰ ਭਗਵਾਨ ਦੇ ਚਰਨਾਂ ਦਾ ਸਹਾਰਾ ਉਹ ਕਿਵੇਂ ਨਾ ਕਿਵੇਂ ਦਵਾ ਸਕੇ। ਘਰ ਘਰ ਜਾ ਕੇ ਤੀਵੀਆਂ ਨੂੰ ਸੱਦਾ ਦਿੰਦੀ, ਉਹਨਾਂ ਨੂੰ ਮੱਲੋ ਮੱਲੀ ਨਾਲ ਲੈ ਕੇ ਆਉਂਦੀ। ਹਰ ਐਤਵਾਰ ਕੋਈ ਨਾ ਕੋਈ ਭਜਨ ਮੰਡਲੀ ਕਿਤੋਂ ਬਾਹਰੋਂ ਆਉਂਦੀ ਤੇ ਕੋਈ ਵਿਦਵਾਨ ਪੰਡਤ ਜਾਂ ਮਹਾਤਮਾ ਜੀ ਵਿਖਿਆਨ ਕਰਨ ਆਉਂਦੇ। ਪਰ ਇਹਦੇ ਬਾਵਜੂਦ ਤੀਵੀਆਂ ਕਈ ਵਾਰ ਉਹਦਾ ਜਿਵੇਂ ਸਾਰਾ ਹੀ ਉਤਸ਼ਾਹ ਮਾਰ ਦਿੰਦੀਆਂ। ਨੇਮ ਨਾਲ ਮੰਦਰ ਨਹੀਂ ਸੀ ਆਉਂਦੀਆਂ। ਜਦੋਂ ਕੋਈ ਅਤ ਰਸੀਲਾ ਭਜਨ ਗਵਿਆ ਜਾ ਰਿਹਾ ਹੁੰਦਾ, ਪਵਿੱਤਰ ਕਥਾ ਸੁਣਾਈ ਜਾ ਰਹੀ ਹੁੰਦੀ ਤਾਂ ਵਿੱਚੋਂ ਉੱਠਣ ਲੱਗ ਪੈਂਦੀਆਂ ਭੇਡ ਚਾਲ। ਕਈ ਵਾਰ ਤਾਂ ਸਾਰੀਆਂ ਉੱਠ ਕੇ ਤੁਰ ਜਾਂਦੀਆਂ। ਬਸ 2-4 ਬੁੱਢੀਆਂ ਠੇਰੀਆਂ ਤੇ ਵੱਡੇ ਘਰਾਂ ਦੀਆਂ ਸਾਊ ਸਠਾਣੀਆਂ ਹੀ ਬੈਠੀਆਂ ਰਹਿ ਜਾਂਦੀਆਂ। ਅਜਿਹੇ ਵੇਲੇ ਹੀਰਾ ਦੇਵੀ ਦੀ ਆਤਮਾ ਜਿਵੇਂ ਪੱਛੀ ਜਾਂਦੀ। ਮਨ 'ਚ ਉੱਠਿਆ ਰੋਹ ਕ੍ਰੋਧ ਦਾ ਰੂਪ ਧਾਰਨ ਕਰਨ ਲੱਗਦਾ ਤੇ ਕਈ ਵਾਰ ਤਾਂ ਉਹਨਾਂ ਨੂੰ ਰੋਕਣ ਲਈ ਬੂਹੇ ਤੇ ਜਾ ਖੜੋਂਦੀ। ਕਈਆਂ ਨੂੰ ਹੱਥ ਜੋੜਦੀ, ਕਈਆਂ ਨੂੰ ਬਾਹੋਂ ਫੜ ਫੜ ਬਿਠਾਉਂਦੀ। ਫਿਰ ਵੀ ਹੌਲੀ ਹੌਲੀ ਸਭ ਖਿਸਕ ਜਾਂਦੀਆਂ। ਜਵਾਬ ਸਭ ਦਾ ਇੱਕ ਹੁੰਦਾ, ਜੀ ਘਰੇ ਕਰਨ ਵਾਲਾ ਬੜਾ ਕੰਮ ਪਿਆ, ਕੰਮ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ। ਉਹ ਪਹਿਲਾਂ ਨਿਮਰਤਾ ਨਾਲ ਆਖਦੀ, ਫਿਰ ਤਾਂ ਕਰੜੀ ਆਵਾਜ਼ ਨਾਲ ਕਹਿੰਦੀ, ਭਗਵਾਨ ਦੇ ਨਾਂ ਨਾਲੋਂ ਵੀ ਤੁਸੀਂ ਕੰਮ ਨੂੰ ਵੱਡਾ ਸਮਝਦੀਆਂ ਹੋ। ਇਹ ਮੰਦੇ ਭਾਗਾਂ ਦੀ ਨਿਸ਼ਾਨੀ ਹੈ। ਉਹ ਤਾਂ ਬੀਬੀ ਜੀ ਦਿਸਦਾ ਹੀ ਹੈ। ਕਈ ਤਾਂ ਅੱਗੋਂ ਨਿਝੱਕ ਹੋ ਕੇ ਕਹਿ ਦਿੰਦੀਆਂ, ਕੀ ਕਰੀਏ ਜੀ, ਉਹਨਾਂ ਕੰਮਾਂ ਬਿਨਾਂ ਵੀ ਗੁਜ਼ਾਰਾ ਨਹੀਂ ਹੁੰਦਾ, ਭੱਜੀਏ ਕਿੱਥੇ। ਤੇ ਹੌਲੀ ਹੌਲੀ ਉਹ ਜਿਹੀਆਂ ਗੱਲਾਂ ਦੀ ਆਦੀ ਹੋ ਗਈ। ਫਿਰ ਕਹਿਣੋਂ ਵੀ ਹਟ ਗਈ। ਹੁਣ ਇਹੋ ਸੀ ਕਿ ਜਦੋਂ ਸਾਲ ਪਿੱਛੋਂ ਵਾਰਸ਼ਿਕ ਸਾਧੂ ਸੰਮੇਲਨ ਕਰਵਾਉਂਦੀ ਤਾਂ 2 ਕੁ ਦਿਨ ਅਸਾਧਾਰਨ ਇਕੱਠ ਹੁੰਦਾ, ਜਾਂ ਕਦੇ ਕੋਈ ਵਿਸ਼ੇਸ਼ ਗਾਇਨਾਚਾਰੀਆ ਬਾਹਰੋਂ ਆਉਂਦਾ ਤਦ ਕੁਝ ਇਕੱਠ ਹੋ ਜਾਂਦਾ। ਉਹ 5-7 ਨਿਤਨੇਮਣਾ ਰੋਜ਼ ਕੁਝ ਚਿਰ ਬਹਿੰਦੀਆਂ, ਕੀਰਤਨ ਸੁਣਦੀਆਂ, ਬਾਕੀ ਸਭ 2 ਫੁੱਲ ਚੜਾ ਕੇ ਮੱਥਾ ਟੇਕ ਕੇ ਮੁੜ ਜਾਂਦੀਆਂ। ਅੰਤ ਉਹਨੇ ਇਸ ਸਾਰੀ ਗੱਲ ਨੂੰ ਜਿਵੇਂ ਸਵੀਕਾਰ ਕਰ ਲਿਆ, ਆਪਣੀ ਹਾਰ ਮੰਨ ਲਈ। ਹੁਣ ਨੇਮ ਅਨੁਸਾਰ ਜੋ ਵਸ ਚੱਲਦਾ ਕਰੀ ਜਾਂਦੀ ਸੀ। ਪਰ ਇਹਦਾ ਕਾਰਨ ਮਹਾਤਮਾਵਾਂ ਨਾਲ ਵਾਦ ਵਿਵਾਦ ਪਿੱਛੋਂ ਵੀ ਸਮਝ ਨਹੀਂ ਸੀ ਆਇਆ ਕਿ ਮਨ ਅਜੇ ਵੀ ਕਿਉਂ ਅਸ਼ਾਂਤ ਤੇ ਬੇਬਲ ਹੋ ਉੱਠਦਾ ਸੀ। ਤੇ ਕਦੇ ਕਦੇ ਤਾਂ ਇਹ ਸੱਚ ਸੀ ਕਿ ਸਭੋ ਕੁਝ ਉਹ ਜੋ ਕੁਝ ਕਰ ਰਹੀ ਸੀ ਬੇਅਰਥ ਤੇ ਸਖਣਾ ਲੱਗ ਪੈਂਦਾ। ਤੇ ਅੱਜ ਦੀ ਹਾਲਤ ਤਾਂ ਕਈ ਸਧਾਰਨ ਸੀ। ਕੱਲ ਤੋਂ ਆਪਣੀ ਆਤਮਾ ਨਾਲ ਜਿਵੇਂ ਸੰਘਰਸ਼ ਕਰਦੀ ਫਿਰ ਰਹੀ ਸੀ, ਪਰ ਕਿਵੇਂ ਵੀ ਆਪਣੇ ਆਪ ਨੂੰ ਕਾਬੂ ਨਹੀਂ ਸੀ ਕਰ ਸਕੀ। ਤੇ ਹੁਣ ਤਾਂ ਮਨ ਦੀਆਂ ਦਾਨਵ ਸ਼ਕਤੀਆਂ ਜਿੱਤ ਗਈਆਂ ਸਨ। ਉਹਨਾਂ ਦੀ ਫੋਟੋ ਨੂੰ ਛਾਤੀ ਨਾਲ ਘੁੱਟ ਕੇ ਲਾਈ ਹੰਝੂ ਵਹਾ ਰਹੀ ਸੀ। ਸਿੱਧਿਆਂ ਪਿਆਂ ਨਿੱਘਾ ਖਾਰਾ ਪਾਣੀ ਕੰਨਾਂ ਉੱਤੋਂ ਦੀ ਵਹਿੰਦਾ ਸਰਾਣੇ ਦੇ ਉਛਾੜ ਨੂੰ ਭਿਉਂ ਰਿਹਾ ਸੀ। ਫਿਰ ਜਦੋਂ ਭੁੱਬਾਂ ਨਿਕਲਣ ਲੱਗੀਆਂ ਤਾਂ ਉਸ ਮੁੱਧੀ ਹੋ ਕੇ ਸਰਾਣੇ 'ਚ ਮੂੰਹ ਦੇ ਲਿਆ ਤੇ ਜਿਵੇਂ ਭਰਿਆ ਘੜਾ ਮੁੱਧ ਗਿਆ ਹੋਵੇ। ਸਾਰੀ ਆਤਮਾ ਦਾ ਸੇਕ ਡੁੱਲ ਗਿਆ। ਉਹਦੀਆਂ ਭੁੱਬਾਂ ਤੇ ਹੌਕੇ ਭਾਵੇਂ ਕਮਰੇ ਦੇ ਸਦਾ ਬੰਦ ਰਹਿੰਦੇ ਰੋਸ਼ਨਦਾਨਾਂ ਤੇ ਖਿੜਕੀਆਂ ਤੋਂ ਬਾਹਰ ਨਹੀਂ ਸਨ ਜਾ ਸਕੇ, ਪਰ ਕਮਰੇ ਦੀਆਂ ਕੰਧਾਂ ਤੇ ਫਰਸ਼ ਨੂੰ ਉਹਨਾਂ ਜਿਵੇਂ ਤਪਣ ਲਾ ਦਿੱਤਾ। ਪਿੰਡਾ ਇਉਂ ਸੜਨ ਲੱਗ ਪਿਆ ਜਿਵੇਂ ਉਹ ਭੱਠ 'ਚ ਬੈਠੀ ਹੋਵੇ। ਫਿਰ ਜਦੋਂ ਇਹ ਸੇਕ ਅਸਹਿ ਹੋ ਗਿਆ ਤਾਂ ਉਹ ਬੜਵਾਏ ਉੱਠ ਕੇ ਭਗਵਾਨ ਤੇ ਰਾਧਾ ਦੀਆਂ ਮੂਰਤੀਆਂ ਸਾਹਮਣੇ ਚਲੀ ਗਈ। ਸੰਗਮਰਮਰ ਦੀ ਠੰਡੀ ਥੜੀ ਉੱਤੇ ਮੱਥਾ ਟਿਕਾ ਕੇ ਕਿੰਨਾ ਚਿਰ ਭਗਵਾਨ ਨੂੰ ਆਵਾਜ਼ਾਂ ਮਾਰਦੀ ਰਹੀ, ਰਾਧਕੇ ਨੂੰ ਬੁਲਾਉਂਦੀ ਰਹੀ, ਪਰ ਪੱਥਰ ਦੀਆਂ ਦੋਵੇਂ ਮੂਰਤੀਆਂ ਚੁੱਪ ਸ਼ਾਂਤ ਝਾਕਦੀਆਂ ਰਹੀਆਂ। ਇੱਕਦਮ ਹੱਡੀਆਂ ਦਾ ਤਾਪ ਮੱਠਾ ਪੈ ਕੇ ਉਹਦੀ ਦੇਹ ਕੰਬਣ ਲੱਗ ਪਈ। ਅੱਖਾਂ ਮੂੰਹ ਪੂੰਝਦਿਆਂ ਉੱਠੀ ਤੇ ਬੱਤੀਆਂ ਬੁਝਾ ਕੇ ਬਿਸਤਰੇ 'ਚ ਆ ਪਈ। ਸਖਣੀਆਂ ਠਰੀਆਂ ਅੱਖਾਂ ਯਤਨ ਕਰਨ ਤੇ ਵੀ ਨਹੀਂ ਸੀ ਮਿਚ ਰਹੀਆਂ। ਉਵੇਂ ਹਨੇਰੇ ਨੂੰ ਘੂਰ ਘੂਰ ਵਹਿੰਦੀਆਂ ਰਹੀਆਂ ਤੇ ਹਨੇਰਾ ਉਹਨਾਂ ਵਿੱਚ ਸੂਈਆਂ ਵਾਂਗ ਚੁਭਦਾ ਰਿਹਾ। ਬਿੰਦਕ ਪਿੱਛੋਂ ਪਿੱਠ ਵਿੱਚ ਕੁਝ ਚੁਭਦਾ ਜਾਪਿਆ ਤੇ ਜਦੋਂ ਹੱਥ ਮਾਰਿਆ ਤਾਂ ਉਹ 9 ਪਾਲਿਸ਼ ਵਾਲੀ ਸ਼ੀਸ਼ੀ ਸੀ। ਚੁੱਕ ਕੇ ਕੰਧ ਨਾਲ ਪਰਸ ਦੇ ਕੋਲ ਰੱਖ ਦਿੱਤੀ ਤੇ ਪਾਸਾ ਪਰਤ ਕੇ ਮੂੰਹ ਦੂਜੇ ਪਾਸੇ ਕਰ ਲਿਆ। ਨੀਂਦ ਨਹੀਂ ਸੀ ਆ ਰਹੀ। ਸੋਚਾਂ ਵੀ ਨੀਂਦ ਵਾਂਗ ਹੀ ਕਿਧਰੇ ਉੱਡ ਗਈਆਂ ਸਨ। ਪੁਰਾਣੀ ਕੋਈ ਵੀ ਗੱਲ ਚੇਤੇ ਨਹੀਂ ਸੀ ਆ ਰਹੀ। ਪੱਥਰ ਵਾਂਗ ਧੌਣ ਉੱਤੇ ਜੜੀ ਖੋਪੜੀ 'ਚ ਮਗਜ਼ ਵੀ ਜਿਵੇਂ ਪੱਥਰ ਦਾ ਵੱਟਾ ਬਣ ਗਿਆ ਹੋਵੇ। ਭਾਰੇ ਅੰਗਾਂ 'ਚ ਕੋਈ ਹਰਕਤ ਨਹੀਂ ਸੀ ਰਹੀ। ਭਗਵਾਨ ਤੇ ਰਾਧਿਕਾ ਦਾ ਖਿਆਲ ਵੀ ਹੁਣ ਸੁੰਨ ਹੋਈ ਆਤਮਾ ਨੂੰ ਜਗਾ ਨਹੀਂ ਸੀ ਰਿਹਾ। ਇਕੱਲੋਕਾਰ ਅਵਸਥਾ ਸੀ ਜਿਹਦਾ ਪਹਿਲਾਂ ਕਦੇ ਅਨੁਭਵ ਨਹੀਂ ਸੀ ਹੋਇਆ। ਫਿਰ ਇੰਜ ਪਿਆਂ ਪਿਆਂ ਚਿੱਟਾ ਦਿਨ ਚੜ ਗਿਆ। ਰੋਸ਼ਨਦਾਨਾਂ ਦੇ ਸ਼ੀਸ਼ਿਆਂ ਵਿੱਚੋਂ ਦੀ ਚਾਨਣ ਅੰਦਰ ਆ ਗਿਆ ਸੀ। ਕੁਵੇਲਾ ਹੋ ਰਿਹਾ ਸੀ। ਇਸ ਵੇਲੇ ਤਾਈਂ ਤਾਂ ਉਹ ਹੋ ਕੇ ਮੰਦਰ ਤੁਰ ਜਾਂਦੀ ਹੁੰਦੀ, ਪਰ ਅੱਜ ਜਿਵੇਂ ਸਾਰੀ ਦੇਹ ਹੀ ਨਸੱਤੀ ਹੋਈ ਪਈ ਸੀ। ਉੱਠਣ ਦੀ ਹਿੰਮਤ ਨਹੀਂ ਸੀ ਰਹੀ। ਪੂਰਾ ਯਤਨ ਕਰਕੇ ਉੱਠਦਿਆਂ ਬਹਿ ਗਈ, ਬੱਤੀ ਜਗਾਈ, ਕਮਰੇ ਦੇ ਖੂੰਜੇ ਬਣੀ ਨਹਾਣ ਧੋਣ ਵਾਲੀ ਫਰਸ਼ ਉੱਤੇ ਮੂੰਹ ਹੱਥ ਧੋਣ ਲਈ ਚਲੀ ਗਈ।
ਬਾਲਟੀ ਦਾ ਪਾਣੀ ਇੰਨਾ ਠਰਿਆ ਸੀ ਕਿ ਉਂਗਲਾਂ ਨੂੰ ਕੰਡਿਆਂ ਵਾਂਗ ਚੁਭ ਗਿਆ। ਨਹਾਉਣ ਨੂੰ ਮਨ ਨਹੀਂ ਸੀ ਕਰਦਾ, ਪਰ ਨਿਤਨੇਮ ਜ਼ਰੂਰੀ ਸੀ। ਜੀ ਕਰੜਾ ਕਰਕੇ ਨਹਾਉਣ ਲੱਗ ਪਈ। ਜਿਵੇਂ ਜਿਵੇਂ ਪਿੰਡੇ ਤੇ ਪਾਣੀ ਪੈਂਦਾ ਗਿਆ, ਸਰੀਰ ਤਪਣ ਲੱਗ ਪਿਆ। ਕੁਝ ਚਿਰ ਪਿੱਛੋਂ ਭੱਜ ਮਨ ਰਾਧੇ ਗੋਪਾਲ ਦਾ ਜਾਪ ਕਰਦਿਆਂ ਉਸੇ ਗਲੀ 'ਚ ਲੰਘ ਰਹੀ ਸੀ ਜਿਸ ਵਿੱਚੋਂ ਨਿੱਤ ਲੰਘਦੀ ਹੁੰਦੀ ਸੀ, ਪਰ ਲੋਕਾਂ ਦੇ ਘਰਾਂ ਅੰਦਰਲਾ ਘਿਣਾਉਣਾ ਦ੍ਰਿਸ਼ ਓਪਰਾ ਨਹੀਂ ਸੀ ਲੱਗ ਰਿਹਾ। ਜਦੋਂ ਵੀ ਕੋਈ ਤੀਵੀਂ ਨਮਸਕਾਰ ਕਰਦੀ ਤਾਂ ਅੱਗੋਂ ਵੀ ਉਵੇਂ ਹੀ ਹੱਥ ਜੋੜ ਕੇ ਉਸੇ ਵਾਲੇ ਸ਼ਬਦ ਦੁਹਰਾ ਦਿੰਦੀ। ਸੁਣਨ ਵਾਲਿਆਂ ਲਈ ਇਹ ਅਲੋਕਾਰ ਗੱਲ ਸੀ। ਸੁਭਾਅ ਤੋਂ ਉਲਟੋ ਘਰਾਂ ਦੇ ਅੰਦਰ ਇਉਂ ਗੌਰ ਨਾਲ ਵਹਿੰਦੀ ਜਾਂਦੀ ਸੀ ਜਿਵੇਂ ਕਿਸੇ ਨੂੰ ਲੱਭਦੀ ਹੋਵੇ। ਲੋਕਾਂ ਦੇ ਮੰਜਿਆਂ ਤੇ ਪਏ ਹੋਏ ਲੇਫ ਤਲਾਈਆਂ, ਰੱਸੀਆਂ ਉੱਤੇ ਟੰਗੇ ਹੋਏ ਮੈਲੇ ਕੱਪੜਿਆਂ ਤੇ ਢੇਰ ਤੇ ਅੱਧ ਨੰਗੇ ਚਾਹ ਵਾਲੀਆਂ ਕੌਲੀਆਂ ਤੇ ਗਲਾਸ ਚੁੱਕੀ ਫਿਰਦੇ ਨਿਆਣਿਆਂ ਦਾ ਦ੍ਰਿਸ਼ ਪਹਿਲਾਂ ਜਿਹਾ ਕੋਝਾ ਨਹੀਂ ਸੀ ਲੱਗਦਾ। ਸੌਂਦਾ ਮਲ ਦਾ ਹੁੱਕਾ, ਉਹਦੀ ਪਾਟੀ ਖੇਸੀ ਬਸੰਤੀ ਲਲਾਰਨ ਦੀ ਗੀਂਢੀ ਸ਼ਕਲ, ਕੁਝ ਵੀ ਓਪਰਾ ਤੇ ਦੂਰ ਦੁਰਾਡੀ ਕਿਸੇ ਦੁਨੀਆ ਦਾ ਕੌਤਕ ਨਹੀਂ ਸੀ ਰਹਿ ਗਿਆ। ਨਿਤਨੇਮ ਨਿਭਾਉਣ ਪਿੱਛੋਂ ਕੜਾਕੇ ਦਾ ਤਾਪ ਚੜ ਗਿਆ। ਮੰਦਰ ਤੋਂ ਵਾਪਸ ਵੀ ਨਹੀਂ ਸੀ ਮੁੜ ਸਕੀ ਤੇ ਕਥਾ ਪਿੱਛੋਂ ਚੁਬਾਰੇ ਵਿੱਚ ਹੀ ਆਸਣ ਉੱਤੇ ਲੇਟ ਗਈ। ਕੇਸਰੀ ਦੇ ਨੇ ਮਹਿਮਾਨਾਂ ਵਾਲੇ ਚੁਬਾਰੇ 'ਚੋਂ ਬਿਸਤਰਾ ਲਿਆ ਕੇ ਵਿਛਾਤਾ ਤੇ ਫਿਰ ਬਿਨਾਂ ਦੱਸਿਆਂ ਹੀ ਘਰ ਭਰਾ ਜੀ ਨੂੰ ਖਬਰ ਕਰ ਆਈ। ਰੋਟੀ ਵੇਲੇ ਤੋਂ ਰਤਾ ਮਗਰੋਂ ਜਦੋਂ ਭਰਾ ਜੀ ਆਪਣਾ ਦਵਾਈਆਂ ਵਾਲਾ ਬੈਗ ਚੁੱਕੀ ਉਸ ਕੋਲ ਆਏ ਤੇ ਉਹ ਹੈਰਾਨ ਰਹਿ ਗਈ। ਤੁਸੀਂ ਕਿਉਂ ਆਏ ਹੋ? ਉਸ ਉੱਠ ਕੇ ਬਹਿੰਦਿਆਂ ਪੁੱਛਿਆ। ਭਰਾ ਜੀ ਕੋਈ ਜਵਾਬ ਨਹੀਂ ਦੇ ਸਕੇ ਤੇ ਬੈਗ ਲਾਂਭੇ ਰੱਖ ਕੇ ਉਹਦੇ ਕੋਲ ਬੈਠਦਿਆਂ ਬਾਂਹ ਟੋਈ ਭੱਠ ਵਾਂਗ ਤਪ ਰਹੀ ਸੀ। ਤੁਸੀਂ ਲੇਟ ਜਾਓ, ਉਹਨਾਂ ਭਰੜਾਈ ਆਵਾਜ਼ 'ਚ ਕਿਹਾ ਤੇ ਬੈਗ ਖੋਲ ਕੇ ਥਰਮਾਮੀਟਰ ਉਹਦੇ ਮੂੰਹ 'ਚ ਪਾ ਦਿੱਤਾ। ਉਹ ਨਿਆਣਿਆਂ ਵਾਂਗ ਚੁੱਪਚਾਪ ਲੇਟ ਗਈ। ਰਤਾ ਨਿਗਾਹ ਪੁਆ ਕੇ ਭਰਾ ਜੀ ਵੱਲ ਤੱਕਿਆ। ਉਹਨਾਂ ਦਾ ਚੌੜਾ ਮੱਥਾ ਡੂੰਘੀਆਂ ਲਕੀਰਾਂ ਨਾਲ ਇਉਂ ਭਰਿਆ ਸੀ ਜਿਵੇਂ ਉਹ 2 ਦਿਨਾਂ ਅੰਦਰ ਹੀ ਬੁੱਢੇ ਹੋ ਗਏ ਹੋਣ। ਦਾੜੀ ਤੇ ਮੁੱਛਾਂ ਦੇ ਨਿੱਕੇ ਨਿੱਕੇ ਕਰਚਿਆਂ ਸਦਕਾ ਉਹਨਾਂ ਦਾ ਚਿਹਰਾ ਹੋਰ ਉਪਰਾ ਲੱਗਦਾ ਸੀ। ਅੱਖਾਂ ਹੇਠ ਕਾਲੇ ਕਾਲੇ ਦਾਗ ਪੈ ਗਏ। ਰੁੱਖੇ ਵਾਲ ਜਟੂਰੀਆਂ ਬਣ ਕੇ ਚਿਹਰੇ ਦੇ ਦੁਆਲੇ ਖਿਲਰੇ ਹੋਏ ਸਨ। ਜਦੋਂ ਭਰਾ ਜੀ ਉਹਦੇ ਮੂੰਹ 'ਚੋਂ ਥਰਮਾਮੀਟਰ ਕੱਢ ਕੇ ਬੁਖਾਰ ਵੇਖ ਰਹੇ ਸਨ ਤਾਂ ਉਹਦੀ ਛਾਤੀ 'ਚ ਚੀਸਾਂ ਪੈਣ ਲੱਗ ਪਈਆਂ। ਜੀ ਕੀਤਾ ਕੰਧ ਵੱਲ ਮੂੰਹ ਕਰਕੇ ਗੋਡੇ ਹਿੱਕ ਵਿੱਚ ਦੇ ਲਵੇ, ਪਰ ਉਵੇਂ ਸਿੱਧੀ ਲੇਟਿਆਂ ਉਸ ਕਸੀਸ ਵਟੀ ਤੇ ਬਾਹਾਂ ਹਿੱਕ ਤੇ ਰੱਖ ਕੇ ਘੁੱਟ ਲਈਆਂ। ਫਿਰ ਜਦੋਂ ਭਰਾ ਜੀ ਟੀਕਾ ਲਾਉਣ ਲਈ ਸਰਿੰਜ ਤਿਆਰ ਕਰ ਰਹੇ ਸਨ, ਉਹ ਮੁੜ ਕੇ ਉੱਠ ਕੇ ਬਹਿ ਗਈ ਤੇ ਕਰੜੀ ਆਵਾਜ਼ 'ਚ ਬੋਲੀ, ਮੈਂ ਟੀਕਾ ਨਹੀਂ ਲਵਾਉਣਾ। ਕਿਉਂ? ਪਹਿਲਾਂ ਤੁਸੀਂ ਆਪਣਾ ਇਲਾਜ ਕਰੋ। ਮੈਨੂੰ ਕੀ ਹੋਇਆ? ਉਹ ਹੈਰਾਨ ਹੋਈ। ਅਜੇ ਕੁਝ ਹੋਇਆ ਹੀ ਨਹੀਂ। ਅੱਜ ਕੀ ਹੋਇਆ ਤੈਨੂੰ ਬੀਬੀ? ਹੋਇਆ ਮੈਨੂੰ ਹੈ ਕਿ ਤੁਹਾਨੂੰ? ਭਰਾ ਜੀ ਨੇ ਅੱਖਾਂ ਨੀਵੀਆਂ ਪਾ ਲਈਆਂ। ਕੋਈ ਸਮਝ ਨਹੀਂ ਸੀ ਆ ਰਹੀ ਕਿ ਕੀ ਜਵਾਬ ਦੇਣ। ਤੂੰ ਲੇਟ ਜਾ ਬੀਬੀ, ਬਿੰਦਕ ਪਿੱਛੋਂ ਨਾ ਉਹਨੂੰ ਬਾਹੋਂ ਫੜ ਕੇ ਲਿਟਾਉਂਦਿਆਂ ਕਿਹਾ। ਹੋਰ ਗੱਲਾਂ ਆਪਾਂ ਫੇਰ ਕਰਾਂਗੇ। ਉਹਨਾਂ ਬਾਂਹ ਫੜ ਕੇ ਟੀਕਾ ਲਾ ਦਿੱਤਾ, ਪਰ ਉਹਦੀਆਂ ਅੱਖਾਂ ਵਿੱਚੋਂ ਉਸੇ ਵੇਲੇ ਪਾਣੀ ਵਗਣ ਲੱਗ ਪਿਆ। ਭਰਾ ਜੀ ਦਾ ਮਨ ਵੀ ਭਰ ਆਇਆ। ਉਹ ਕੁਝ ਕਹਿਣਾ ਚਾਹੁੰਦੇ ਸਨ ਪਰ ਆਵਾਜ਼ ਨਹੀਂ ਨਿਕਲ ਰਹੀ ਸੀ। ਕੇਸਰੀ ਨੂੰ ਆਵਾਜ਼ ਦੇ ਕੇ ਕੋਲ ਸੱਦਿਆ ਤੇ ਕਿਹਾ, ਹੁਣੇ ਮੇਰੇ ਨਾਲ ਚੱਲ ਕੇ ਗੋਲੀਆਂ ਲੈ ਆ। ਨਾਲੇ ਇਹਨਾਂ ਨੂੰ ਕੱਲ ਸਾਰਾ ਦਿਨ ਕਿਤੇ ਨਹੀਂ ਜਾਣ ਦੇਣਾ, ਆਰਾਮ ਕਰਾਉਣਾ ਹੈ। ਉੱਠ ਕੇ ਚਲੇ ਗਏ। ਕੇਸਰੀ ਵੀ ਮਗਰੇ ਤੁਰ ਗਈ। ਉਹਨਾਂ ਦੇ ਜਾਣ ਪਿੱਛੋਂ ਚਾਰੇ ਪਾਸੇ ਭਿਆਨਕ ਚੁੱਪ ਛਾ ਗਈ। ਅੰਦਰੋਂ ਬਾਹਰੋਂ ਸਹਿਮ ਜਿਹਾ ਆਉਣ ਲੱਗ ਪਿਆ। ਫਿਰ ਬਿੰਦਕ ਪਿੱਛੋਂ ਦੂਰੋਂ ਮੱਧਮ ਆਵਾਜ਼ ਸੁਣਾਈ ਦਿੱਤੀ। ਇਹ ਹੌਲੀ ਹੌਲੀ ਉੱਚੀ ਹੁੰਦੀ ਗਈ, ਹੋਰ ਨੇੜੇ ਆਉਂਦੀ ਗਈ। ਉਸ ਪਿੱਛੋਂ ਕੰਨ ਪਾੜਵੀਆਂ ਚੀਕਾਂ ਸੁਣਾਈ ਦਿੱਤੀਆਂ, ਜਿਵੇਂ ਕਿੰਨੀਆਂ ਹੀ ਤੀਵੀਆਂ ਬੰਦੇ ਇਕੱਠੇ ਹੋ ਕੇ ਕੂਕਾਂ ਮਾਰ ਰਹੇ ਹੋਣ। ਘਾਬਰ ਕੇ ਉੱਠ ਬੈਠੀ। ਦਿਲ ਬੜਾ ਤੇਜ਼ ਧੜਕਣ ਲੱਗ ਪਿਆ। ਡੌਰ ਭੌਰ ਹੋਈ ਉੱਠ ਕੇ ਥਿੜਕਦੇ ਪੈਰੀਂ ਬੂਹੇ ਵੱਲ ਵਧੀ, ਪਰ ਚੱਕਰ ਆ ਕੇ ਡਿੱਗ ਪਈ। ਸਿਰ ਤਖਤੇ ਨਾਲ ਵੱਜਿਆ, ਫਿਰ ਉੱਥੇ ਹੀ ਪਈ ਰਹੀ। ਕੁਝ ਚਿਰ ਪਿੱਛੋਂ ਕੇਸਰੀ ਆਈ ਤਾਂ ਉਹਨੇ ਰੋਣ ਹੱਕੀ ਆਵਾਜ਼ 'ਚ ਉਹਦੇ ਉੱਤੇ ਝੁਕਦਿਆਂ ਕਿਹਾ, ਕੀ ਹੋਇਆ ਬੀਬੀ ਜੀ? ਇਹ ਕੀ ਬੀਬੀ ਜੀ, ਇਹ ਕੀ? ਪਰ ਹੀਰਾ ਦੇਵੀ ਬੇਸੁੱਧ ਸੀ। ਉਸ ਘਾਬਰਿਆਂ ਤੇ ਹਾਏ ਹਾਏ ਕਰਦਿਆਂ ਉਹਨੂੰ ਬਾਹਾਂ 'ਚ ਚੁੱਕ ਕੇ ਆਸਣ ਤੇ ਲਟਾਇਆ। ਤਲੀਆਂ ਝੱਸਦਿਆਂ ਫਿਰ ਉਸ ਘਾਬਰੀ ਆਵਾਜ਼ 'ਚ ਉਲ ਜਲੂਲ ਬੋਲਣਾ ਸ਼ੁਰੂ ਕਰਤਾ। ਤੁਸੀਂ ਭਲਾ ਉੱਠੇ ਕਿਉਂ? ਜੇ ਗੁਸਲਖਾਨੇ ਜਾਣਾ ਸੀ ਮੈਨੂੰ ਸੱਦ ਲੈਂਦੇ। ਦੱਸੋ ਨਾ ਭਲਾ ਤੁਹਾਡੇ 'ਚ ਹੈ ਕੀ? ਰੋਟੀ ਤੁਸੀਂ ਨਹੀਂ ਖਾਂਦੇ ਚੱਜ ਨਾਲ। ਜੇ ਕਹੋ ਕਿ ਆਰਾਮ ਕਰ ਲਓ ਤਾਂ ਕਿਸੇ ਦੀ ਗੱਲ ਨਹੀਂ ਮੰਨਣੀ। ਉਤੋਂ ਹਾਲ ਇਹ ਕਰ ਲਿਆ ਕਿ ਸਾਰਾ ਦਿਨ ਮਨ ਨੂੰ ਮੁੱਠੀ ਵਾਂਗ ਘੁੱਟੀ ਰੱਖਣਾ, ਕਿਸੇ ਕੋਲ ਮਨ ਦੀ ਗੱਲ ਨਹੀਂ ਦੱਸਣੀ। ਇਉਂ ਭਲਾ ਕਦੇ ਗੁਜ਼ਾਰਾ ਹੁੰਦਾ? ਭਗਵਾਨ ਨੇ ਬੰਦੇ ਨੂੰ ਇਉਂ ਚੁੱਪ ਗੁੜਪ ਰਹਿ ਕੇ ਮਰਨ ਲਈ ਥੋੜ੍ਹਾ ਬਣਾਇਆ। ਮੁਸੀਬਤਾਂ ਵੀ ਬੰਦਿਆਂ ਤੇ ਹੀ ਆਉਂਦੀਆਂ, ਪਰ ਕੋਈ ਵੀ ਐਂ ਦੁਨੀਆ ਤੋਂ ਦੂਰ ਰਹਿ ਕੇ ਜਿਉਂਦਾ ਵੇਖਿਆ? ਰਿਹਾ ਵੀ ਕਿੱਥੇ ਜਾਂਦਾ। ਸੱਚੀ ਗੱਲ ਤਾਂ ਇਹ ਹੈ, ਮੈਂ ਤਾਂ ਤੁਰੀ ਤੁਹਾਡੇ ਆਸਰੇ ਹਾਂ। ਨਹੀਂ, ਮੈਥੋਂ ਸਭ ਕੁਝ ਗੁਆ ਕੇ ਐਂ ਕੱਲਿਆਂ ਰਿਹਾ ਜਾਣਾ ਸੀ। ਫਿਰ ਵੀ ਇਹ ਕੱਲ ਹੁਣ ਝੱਲਣੀ ਬੜੀ ਔਖੀ ਲੱਗਦੀ ਹੈ। ਖਬਰੇ ਤੁਸੀਂ ਕਿਵੇਂ? ਹੀਰਾ ਦੇਵੀ ਨੇ ਅੱਖਾਂ ਖੋਲ੍ਹ ਲਈਆਂ ਸੀ। ਜਦੋਂ ਉਸ ਇੱਧਰ ਉੱਧਰ ਤੇ ਛੱਤ ਵੱਲ ਤੱਕਿਆ ਤਾਂ ਕੇਸਰੀ ਨੂੰ ਉਹਦੀਆਂ ਅੱਖਾਂ 'ਚ ਸ਼ੁਦਾਈਆਂ ਵਰਗਾ ਸੱਖਣਾਪਨ ਮਹਿਸੂਸ ਹੋਇਆ। ਤੂੰ ਇੱਥੇ ਕਿਉਂ ਬੈਠੀ ਹੈ? ਘੱਗੀ ਆਵਾਜ਼ 'ਚ ਹੈਰਾਨ ਜੀ ਹੁੰਦਿਆਂ ਉਸ ਕੇਸਰੀ ਨੂੰ ਪੁੱਛਿਆ। ਇਹ ਕੀ ਕਰਨ ਲੱਗੀ ਹੈ?
ਕੇਸਰੀ ਹੋਰ ਘਬਰਾ ਗਈ। ਉਸ ਥਿੜਕਦੀ ਜੀਭ ਨਾਲ ਜਵਾਬ ਦਿੱਤਾ, ਜੇ ਤੁਸੀਂ ਉੱਥੇ ਡਿੱਗ ਪਏ ਸੀ। ਮੈਂ ਡਿੱਗ ਪਈ ਸੀ? ਇਹ ਕੀ ਭਕਾਈ ਮਾਰਦੀ ਹੈ? ਮੈਂ ਇੱਥੇ ਪਈ ਕਿਵੇਂ ਡਿੱਗ ਪਈ ਸੀ? ਨਹੀਂ ਜੀ, ਤੁਸੀਂ ਉੱਠ ਕੇ ਬਾਹਰ ਜਾਣ ਲੱਗੇ ਸੀ। ਹੀਰਾ ਦੇਵੀ ਦੀਆਂ ਅੱਖਾਂ ਦਾ ਸਖਣਾਪਨ ਅੰਦਰੋਂ ਉੱਠੀ ਛਲ ਨਾਲ ਭਰ ਗਿਆ ਸੀ ਤੇ ਉਹ ਕੰਧ ਵੱਲ ਮੂੰਹ ਕਰਕੇ ਭਰੀਆਂ ਅੱਖਾਂ ਡੋਲਣ ਲੱਗ ਪਈ। ਕੇਸਰੀ ਦਾ ਮਨ ਵੀ ਉਹਨੂੰ ਵੇਖ ਕੇ ਹੋਰ ਡੋਲ ਗਿਆ। ਹੀਰਾ ਦੇਵੀ ਨੂੰ ਉਹ ਨਿਆਣਿਆਂ ਵਾਂਗ ਮੋਹ ਕਰਦੀ ਸੀ। ਹੁਣ ਇਸੇ ਮੋਹ ਸਦਕਾ ਉਹਦਾ ਗੱਚ ਭਰ ਆਇਆ ਤੇ ਭਾਰੀ ਆਵਾਜ਼ ਨਾਲ ਮੁੜ ਪਹਿਲਾਂ ਵਾਂਗ ਆਪ ਮੁਹਾਰੀ ਬੋਲਣ ਲੱਗ ਪਈ। ਵੇਖੋ ਨਾ, ਮੈਂ ਕਿੰਨੀ ਵਾਰੀ ਆਖਿਆ ਵੀ ਤੁਸੀਂ ਇਉਂ ਨਾ ਕਰਿਆ ਕਰੋ। ਮੈਥੋਂ ਇਹ ਝੱਲਿਆ ਨਹੀਂ ਜਾਂਦਾ। ਕਿਸੇ ਨੂੰ ਤਾਂ ਆਪਣਾ ਬਣਾਓ ਨਾ। ਮੈਂ ਤੁਹਾਡੇ ਉੱਤੇ ਜਾਨ ਦਿੰਦੀ ਹਾਂ, ਪਰ ਤੁਸੀਂ ਮੇਰੇ ਕੋਲ ਵੀ ਮਨ ਦੀ ਕੁੰਡੀ ਨਹੀਂ ਖੋਲ੍ਹਦੇ। ਭਗਵਾਨ ਨੂੰ ਦੱਸਦੇ ਹੋਵੋਗੇ, ਪਰ ਉਹ ਤਾਂ ਸਾਰੀ ਦੁਨੀਆ ਦੱਸਦੀ ਹੈ। ਦੁੱਖ ਦਰਦ ਤਾਂ ਆਖਰ ਬੰਦੇ ਦਾ ਬੰਦੇ ਨਾਲ ਵੰਡੇ ਤੋਂ ਹੀ ਵੰਡਿਆ ਜਾਂਦਾ। ਤੁਸੀਂ ਆਪੇ ਹੀ ਕਹਿੰਦੇ ਹੁੰਦੇ ਹੋ ਵੀ ਭਗਵਾਨ ਵੀ ਬੰਦਿਆਂ 'ਚ ਹੀ ਵਸਦਾ ਹੈ। ਅੱਛਾ, ਤੂੰ ਹੁਣ ਉੱਠ ਕੇ ਚਾਹ ਕਰ ਲਿਆ? ਉਹਦੀ ਗੱਲ ਟੁੱਕਦਿਆਂ ਹੀਰਾ ਦੇਵੀ ਨੇ ਰਤਾ ਖਿੱਚ ਕੇ ਕਿਹਾ, ਮੈਂ ਤਾਂ ਆਪ ਧਰਨ ਲੱਗੀ ਸੀ। ਭਰਾ ਜੀ ਨੇ ਕਿਹਾ ਸੀ ਗੋਲੀਆਂ ਚਾਹ ਨਾਲ ਦੇਣੀਆਂ। ਕਹਿ ਕੇ ਉੱਠ ਖੜੋਤੀ। ਬਾਰ ਬੰਦ ਕਰ ਦੇ, ਹੀਰਾ ਦੇਵੀ ਨੇ ਕੰਧ ਵੱਲ ਲਈ ਮੂੰਹ ਰੱਖਦਿਆਂ ਕਿਹਾ। ਕੇਸਰੀ ਜਾਂਦਿਆਂ ਬੂਹਾ ਭੀੜ ਗਈ, ਪਰ ਉਹ ਰੌਲਾ ਰੱਪਾ ਅਜੇ ਵੀ ਸੁਣਾਈ ਦੇ ਰਿਹਾ ਸੀ। ਲੋਕ ਜਿਵੇਂ ਬਾਹਰ ਗਲੀਆਂ 'ਚ ਭੱਜੇ ਫਿਰਦੇ ਸੀ। ਨਿਆਣਿਆਂ ਦੀਆਂ ਚੀਕਾਂ ਚਿੱਤ ਨੂੰ ਹੋਰ ਕਾਹਲਾ ਪਾਈ ਜਾਂਦੀਆਂ ਸੀ। ਉਸ ਰਜ਼ਾਈ ਨਾਲ ਮੂੰਹ ਢੱਕ ਲਿਆ। ਪਾਲਾ ਲੱਗਿਆ। ਗੋਡੇ ਇਕੱਠੇ ਕਰਕੇ ਹਿੱਕ ਨਾਲ ਲਾ ਲਈ, ਪਰ ਪਾਲਾ ਹੌਲੀ ਹੌਲੀ ਵੱਧਦਾ ਗਿਆ। ਦੰਦ ਕੜਿੱਕਾ ਵੀ ਵੱਜਣ ਲੱਗ ਪਿਆ। ਕੇਸਰੀ, ਉਸ ਉੱਠ ਕੇ ਉੱਚੀ ਆਵਾਜ਼ ਮਾਰੀ, ਚਾਹ ਲਿਆਏਂਗੀ ਕਿ ਨਹੀਂ? ਕੇਸਰੀ ਡਰੀਆਂ ਡਰੀਆਂ ਅੱਖਾਂ ਅੱਡੀ ਕਾਲੀ ਨਾਲ ਅੰਦਰ ਆਈ ਤੇ ਘਾਬਰੀ ਆਵਾਜ਼ 'ਚ ਪੁੱਛਿਆ, ਕੀ ਆਖਿਆ ਬੀਬੀ ਜੀ? ਆਖਿਆ ਤੇਰਾ ਸਿਰ। ਕ੍ਰੋਧ ਚ ਆਉਂਦਿਆਂ ਹੀਰਾ ਦੇਵੀ ਨੇ ਉਹਨੂੰ ਝਿੜਕਿਆ, ਤੈਨੂੰ ਕਿਹਾ ਚਾਹ ਲੈ ਕੇ ਆ ਛੇਤੀ। ਤੇ ਫਿਰ ਉਸ ਕੰਧ ਨਾਲ ਢੋ ਲਾ ਕੇ ਮੂੰਹ ਢੱਕ ਲਿਆ। ਕੇਸਰੀ ਨੇ ਵੇਖਿਆ ਉਹਦੀ ਸਾਰੀ ਦੇਹ ਥਰ ਥਰ ਕੰਬ ਰਹੀ ਸੀ। ਠੀਕ ਹੋ ਕੇ ਪੈ ਜਾਓ ਬੀਬੀ ਜੀ। ਉਸ ਜਿਵੇਂ ਘਬਰਾਈ ਨੇ ਅਗਾਂਹ ਹੋ ਕੇ ਉਹਨੂੰ ਮੋਢਿਆਂ ਤੋਂ ਫੜ ਕੇ ਲਟਾਉਂਦਿਆਂ ਕਿਹਾ, ਚਾਹ ਮੈਂ ਧਰੀ ਹੋਈ ਹੈ, ਹੁਣੇ ਲਿਆਉਣੀ ਹੈ। ਪਰ ਹੀਰਾ ਦੇਵੀ ਦਾ ਕਾਂਬਾ ਵੱਧ ਗਿਆ ਸੀ। ਹੁੰਗਰ ਵੀ ਮਾਰਨ ਲੱਗ ਪਈ ਸੀ। ਇਸ ਨਾਲ ਕੇਸਰੀ ਦੀ ਘਬਰਾਹਟ ਹੋਰ ਵੱਧਦੀ ਜਾਂਦੀ ਸੀ। ਘਬਰਾਈ ਹੋਈ ਉਹਦੀਆਂ ਲੱਤਾਂ ਬਾਹਾਂ ਘੁੱਟਦੀ ਰਹੀ। ਫਿਰ ਚਾਹ ਲਿਆਉਣ ਚਲੀ ਗਈ। ਆਪਣੇ ਰਸੋਈ ਵਰਗੇ ਚੁਬਾਰੇ 'ਚ ਫਿਰਦਿਆਂ ਉਹ ਆਪ ਮੁਹਾਰੀ ਫੇਰ ਬੋਲਣ ਲੱਗ ਪਈ, ਮੈਂ ਕੋਈ ਇੱਕ ਵਾਰੀ ਆਖਿਆ, 100 ਵਾਰੀ ਕਹਿ ਚੁੱਕੀ ਹਾਂ ਵੀ ਤੁਸੀਂ ਭਰਾ ਜੀ ਦਾ ਨਿੱਕਾ ਮੁੰਡਾ ਗੋਦ ਲੈ ਲਓ। ਆਖਰ ਬੱਚਿਆਂ ਬਿਨਾਂ ਬੰਦੇ ਦੀ ਕੋਈ ਜੂਨ ਹੁੰਦੀ ਹੈ। ਹੁਣ ਤਾਂ ਨੈਣ ਪਰੈਣ ਚੱਲਦੇ ਹੈ। ਮੈਂ ਵੀ ਕੋਲ ਆ। ਕੱਲ ਨੂੰ ਜਦੋਂ ਕੋਈ ਕੋਲ ਨਾ ਹੋਇਆ ਫਿਰ ਪਤਾ ਕੀ ਹਾਲ ਹੋਣਾ। ਮੈਂ ਤਾਂ ਖਬਰੇ 2 ਦਿਨ 10 ਦਿਨ, ਮਨ ਦਾ ਕੋਈ ਭਰੋਸਾ ਹੈ? ਬੰਦੇ ਦੇ ਵੱਸ ਵੀ ਕੀ ਹੈ? ਇਉਂ ਕੱਲਮ ਕੱਲਿਆਂ ਕੋਈ ਸਾਰੀ ਉਮਰ ਕਿਵੇਂ ਬਿਤਾ ਸਕਦਾ? ਆਹੋ, ਭਗਵਾਨ ਦਾ ਸਹਾਰਾ ਤਾਂ ਹੈ, ਪਰ ਉਹ ਆਪਣੇ ਹੀ ਭਗਤਾਂ ਨੂੰ ਕਿਉਂ ਇੰਨਾ ਦੁਖੀ ਕਰਦਾ ਰਹਿੰਦਾ? ਹੁਣ ਲੈ, ਉਸ ਮੁੰਡੇ ਨਾਲ ਇੰਨਾ ਮੋਹ ਪਾਇਆ ਸੀ ਤਾਂ ਉਹਨੂੰ ਵੀ ਲੈ ਗਿਆ। ਉਸ ਬਿਨਾਂ ਜ਼ਰੂਰ ਹੀ ਉਹਦਾ ਕੋਈ ਕੰਮ ਖੜੋਤਾ ਸੀ। ਉਹਦੀ ਮਾਇਆ ਦਾ ਵੀ ਤਾਂ ਕੋਈ ਭੇਤ ਨਹੀਂ ਨਾ ਆਉਂਦਾ, ਪਰ ਮਾਇਆ ਪੁੱਠੀ ਕਿਉਂ ਵਰਤੇ? ਪਾਸੇ ਕਦੇ ਸਿੱਧੇ ਵੀ ਤਾਂ ਪੈਣ ਨਾ। ਮਾੜੀ ਗੱਲ ਹੈ, ਬੁਰੀ, ਬਹੁਤ ਬੁਰੀ। ਕੇਸਰੀ ਨੇ ਡੂੰਘਾ ਹੌਕਾ ਭਰਿਆ। ਚਾਹ ਲੈ ਕੇ ਤੁਰਨ ਲੱਗੀ ਤਾਂ ਚੁੰਨੀ ਦਾ ਪੱਲਾ ਸਿਰੋਂ ਖਿਸਕ ਕੇ ਬਾਂਹ ਤੇ ਅੱਡ ਗਿਆ। ਪੱਲੇ ਵੱਲ ਵੇਂਦਿਆਂ ਅਚਾਨਕ ਨਿਗਾਹ ਆਪਣੀ ਭਰਵੀਂ ਹਿੱਕ ਤੇ ਅਟਕ ਗਈ ਤੇ ਗੜਵੀ ਰੱਖ ਕੇ ਪੱਲੇ ਨੂੰ ਮੁੜ ਸਿਰ ਤੇ ਲੈਣ ਦਾ ਖਿਆਲ ਹੀ ਵਿਸਰ ਗਿਆ। ਉਵੇਂ ਇੱਕ ਹੱਥ 'ਚ ਗੜਵੀ ਤੇ ਦੂਜੇ 'ਚ ਕੌਲੀ ਫੜੀ ਨੰਗੇ ਸਿਰੋਂ ਅੰਦਰ ਆ ਗਈ। ਚਾਹ ਪੀਣੋਂ ਪਹਿਲਾਂ ਸਾਹਮਣੇ ਕੰਧ ਤੇ ਲੱਗੀ ਰਾਧਿਕਾ ਤੇ ਕ੍ਰਿਸ਼ਨ ਦੀ ਤਸਵੀਰ ਵੱਲ ਤੱਕਿਆ ਝਿਜਕ ਗਈ। ਰਾਧਾ ਨੇ ਕ੍ਰਿਸ਼ਨ ਦੇ ਮੋਢੇ ਤੇ ਸਿਰ ਝੁਕਾਇਆ ਸੀ ਤੇ ਮੁਸਕਰਾ ਰਹੀ ਸੀ। ਪਰ ਅਜਿਹੇ ਵੇਲੇ ਇਹ ਖਿਆਲ ਉਹਨੇ ਮਨ ਨੂੰ ਫਟਕਾਰ ਪਾਈ। ਲਓ ਚਾਹ ਪੀਓ ਬੀਬੀ ਜੀ। ਨਿੰਮ ਕੇ ਚਾਹ ਤਪਾਈ ਤੇ ਧਰਦਿਆਂ ਕਿਹਾ, ਮੈਂ ਗੋਲੀਆਂ ਲੈ ਆਵਾਂ? ਹੀਰਾ ਦੇਵੀ ਨੇ ਮੂੰਹ ਨੰਗਾ ਕੀਤਾ, ਕੁਝ ਹੈਰਾਨੀ ਨਾਲ ਉਸ ਵੱਲ ਤੱਕਿਆ। ਨੰਗੇ ਸਿਰ ਰਤਾ ਝੁਕੀ ਹੋਈ ਬੜੀ ਸੋਹਣੀ ਲੱਗੀ। ਗੁੱਤ ਖੁੱਲ੍ਹ ਕੇ ਸੱਜੇ ਮੋਢੇ ਉੱਤੋਂ ਹੇਠਾਂ ਲਮਕ ਗਈ ਸੀ ਤੇ ਉਹ ਲੰਮੇ ਵਾਲ ਵਧੇਰੇ ਚੰਗੇ ਲੱਗਦੇ ਸੀ। ਸੰਘਣੇ ਵਾਲਾਂ 'ਚ ਉਹਦਾ ਗੋਰਾ ਚਿਹਰਾ ਲਿਸ਼ਕ ਲਿਸ਼ਕ ਪੈਂਦਾ ਸੀ। ਪਤਾ ਨਹੀਂ ਇੰਨੇ ਲੋਹੜੇ ਦਾ ਰੂਪ ਉਹਨੂੰ ਅੱਜ ਹੀ ਕਿਧਰੋਂ ਚੜ੍ਹ ਆਇਆ ਸੀ ਤੇ ਕਿਸ ਕਾਰਨ ਅੱਜ ਇਉਂ ਸਿਰ ਨੰਗਾ ਕਰਕੇ ਵਾਲ ਖੋਲ੍ਹੀ ਫਿਰਦੀ ਸੀ। ਜਦੋਂ ਦਵਾਈ ਲਿਆਉਣ ਲਈ ਵਾਪਸ ਪਰਤੀ ਤਾਂ ਵੀ ਸਿਰ ਉੱਤੇ ਚੁੰਨੀ ਨਹੀਂ ਲਈ। ਚਿੱਟੀ ਚੁੰਨੀ ਦਾ ਮੋਢੇ ਤੋਂ ਲਮਕਦਾ ਪੱਲਾ ਹੋਰ ਵੀ ਚੰਗਾ ਲੱਗਣ ਲੱਗ ਪਿਆ। ਗਿੱਚੀ ਕੋਲੋਂ ਫੁੱਲੇ ਹੋਏ ਤੇ ਰੁੱਖੇ ਰੁੱਖੇ ਵਾਲਾਂ ਹੇਠੋਂ ਅੱਧ ਨੰਗੀ ਲੰਮੀ ਧੌਣ ਮੋਰਨੀ ਦੀ ਧੌਣ ਵਾਂਗ ਹਿਲਦੀ ਲੱਗਦੀ। ਤੋਰ ਵੀ ਬਦਲੀ ਹੋਈ ਸੀ। ਅੱਜ ਇਹਨੂੰ ਹੋ ਕੀ ਗਿਆ ਤੇ ਮੈਨੂੰ ਕੀ ਹੋ ਗਿਆ? ਹੀਰਾ ਦੇਵੀ ਅਜਿਹੀਆਂ ਆਲੋਕਾਰ ਸੋਚਾਂ ਤੋਂ ਭੈ ਭੀਤ ਹੋ ਗਈ ਜਾਪਦੀ ਸੀ। 2 ਗੋਲੀਆਂ ਲੈ ਲੈਣੀਆਂ ਹੁਣੇ ਤੇ 2 ਫਿਰ 4 ਘੰਟੇ ਬਾਅਦ। ਕੇਸਰੀ ਨੇ ਸ਼ੀਸ਼ੀ 'ਚੋਂ ਗੋਲੀਆਂ ਕੱਢਦਿਆਂ ਕਿਹਾ, ਇਹ ਮੈਨੂੰ ਹੀ ਲੱਗਦਾ ਹੈ ਕਿ ਸੱਚੀ ਇਹੋ ਗੱਲ ਹੈ। ਆਖਰ ਅੱਜ ਚਾਹ ਇਹਨੂੰ ਕਾਹਦਾ ਚੜ੍ਹਿਆ ਹੋਇਆ ਸੀ? ਹੁਣ ਵੀ ਇਹ ਮੁਸਕਰਾ ਰਹੀ ਲੱਗਦੀ ਹੈ।
ਹੀਰਾ ਦੇਵੀ ਨੂੰ ਕ੍ਰੋਧ ਨਾਲ ਆਪਣੀ ਛਾਤੀ 'ਚੋਂ ਸੇਕ ਨਿਕਲਦਾ ਜਾਪਿਆ, ਪਰ ਤੁਰੰਤ ਹੀ ਸੰਭਲ ਗਈ। ਇਹ ਕ੍ਰੋਧ ਉਹਨੇ ਕਿਸੇ ਗੁੱਝੀ ਈਰਖਾ ਦੀ ਅੱਗ ਜਾਪਿਆ ਜੋ ਉਹਦੇ ਵਰਗੀ ਭਗਤਣੀ ਲਈ ਅਪਵਿੱਤਰ ਤੇ ਮਲੀਨ ਭਾਵਨਾ ਸੀ। ਆਪਣੇ ਆਪ ਦੀ ਗਿਲਾਨੀ ਆਈ ਤੇ ਅੱਖਾਂ ਨੀਵੀਆਂ ਪਾ ਕੇ ਗੋਲੀਆਂ ਲੈ ਲਈਆਂ। ਮੂੰਹ 'ਚ ਪਾ ਕੇ ਚਾਹ ਦੀਆਂ 2 ਘੁੱਟਾਂ ਭਰ ਕੇ ਮੂੰਹ ਢੱਕ ਕੇ ਮੁੜ ਲੇਟ ਗਈ। ਚਾਹ ਤਾਂ ਹੋਰ ਪੀ ਲਓ ਬੀਬੀ ਜੀ, ਕੇਸਰੀ ਨੇ ਕਿਹਾ, ਪਰ ਉਹਦੀ ਕੋਮਲ ਆਵਾਜ਼ ਵੀ ਕੰਨਾਂ ਨੂੰ ਨਹੀਂ ਸੀ ਸੁਖਾਉਂਦੀ। ਅਜੇ ਵੀ ਮਨ 'ਚੋਂ ਈਰਖਾ ਦੀ ਤਪਸ਼ ਮੱਠੀ ਨਹੀਂ ਸੀ ਪਈ। ਜੀ ਕਰਦਾ ਸੀ ਉਹਨੂੰ ਝਿੜਕ ਕੇ ਕਮਰਿਓਂ ਬਾਹਰ ਕੱਢ ਦੇਵੇ। ਮੁੜ ਮੁੜ ਉਹਦਾ ਗੋਰਾ ਚਿਹਰਾ, ਲੰਮੇ ਭਾਰੇ ਵਾਲਾਂ ਦਾ ਦ੍ਰਿਸ਼ ਤੇ ਉਹਦੇ ਭਰਵੇਂ ਅੰਗ ਅੱਖਾਂ ਸਾਹਮਣੇ ਆ ਜਾਂਦੇ ਸੀ ਤੇ ਇਹ ਸਭ ਅਸਹਿ ਹੋ ਰਿਹਾ ਸੀ। ਸੌਣ ਲੱਗਿਆਂ ਥੋੜਾ ਦੁੱਧ ਤਾਂ ਪੀਓਗੇ ਨਾ ਤੁਸੀਂ? ਕੇਸਰੀ ਨੇ ਉਹਨੂੰ ਚੁੱਪ ਵੇਖ ਕੇ ਫੇਰ ਪੁੱਛ ਲਿਆ, ਪਰ ਜਵਾਬ ਅੱਗੋਂ ਕੋਈ ਨਾ ਮਿਲਿਆ। ਚੰਗਾ, ਮੈਂ ਉਬਾਲਾ ਦੇ ਕੇ ਰੱਖ ਦਿੰਨੀ ਆ, ਜੇ ਚਿੱਤ ਕਰੂ ਤਾਂ ਪੀ ਲੈਣਾ। ਕੇਸਰੀ ਅਜੇ ਵੀ ਕਿਹੜਾ ਚੁੱਪ ਕਰ ਰਹੀ ਸੀ, ਜਿਵੇਂ ਉਹਨੂੰ ਬੁਲਾਉਣ ਦਾ ਉਸ ਪੱਕਾ ਇਰਾਦਾ ਕੀਤਾ ਹੋਇਆ ਹੋਵੇ। ਇਹ ਪੱਛੀ ਹੋਈ ਨੂੰ ਮੈਨੂੰ ਆਪਣੀ ਝੂਠੀ ਦੇਹੀ ਦਾ ਕੌਤਕ ਵਿਖਾ ਕੇ ਈਰਖਾ ਨਾਲ ਮਾਰਨਾ ਚਾਹੁੰਦੀ ਹੈ। ਹੀਰਾ ਦੇਵੀ ਨੇ ਉਵੇਂ ਕ੍ਰੋਧ ਨਾਲ ਸੋਚਿਆ, ਆਖਿਰ ਇਹ ਆਪਣੇ ਆਪ ਨੂੰ ਸਮਝਦੀ ਕੀ ਹੈ? ਅਜੇ ਇਹਦੇ ਮਨ ਵਿੱਚੋਂ ਮੈਲ ਨਹੀਂ ਗਈ, ਪਾਪ ਮਨ 'ਚੋਂ ਨਹੀਂ ਗਿਆ। ਏਡੀ ਪਵਿੱਤਰ ਥਾਂ ਰਹਿੰਦਿਆਂ ਵੀ ਮਨ 'ਚ ਇੰਨੀ ਮੈਲ? ਖੋਟੇ ਕਰਮ ਕੀਤੇ ਹੋਏ ਹੈ ਪਿਛਲੇ ਜਨਮ ਦੇ ਪਾਪਣ ਦੇ। ਮੈਨੂੰ ਆਰਾਮ ਕਰਨ ਦੇ। ਹੀਰਾ ਦੇਵੀ ਨੇ ਚੰਗੀ ਤਰ੍ਹਾਂ ਲੱਤਾਂ ਨਸਾਲ ਕੇ ਲੇਟਦਿਆਂ ਪਹਿਲਾਂ ਵਾਂਗੀ ਖਿਜੀ ਆਵਾਜ਼ 'ਚ ਕਿਹਾ, ਮੂੰਹ ਨੰਗਾ ਨਹੀਂ ਕੀਤਾ। ਚੰਗਾ ਜੀ, ਮੈਂ ਵੀ ਰੋਟੀ ਨਹੀਂ ਖਾਂਦੀ, ਭੁੱਖ ਹੀ ਨਹੀਂ ਲੱਗੀ। ਲੋੜ ਹੋਈ ਤਾਂ ਦੁੱਧ ਵੀ ਪਿਆ ਹੋਇਆ ਖਾਸਾ। ਇਹ ਕਹਿੰਦੇ ਉਹ ਭਾਂਡੇ ਚੁੱਕ ਕੇ ਤੁਰ ਗਈ। ਦੁੱਧ ਵੀ ਪਿਆ ਹੋਇਆ ਖਾਸਾ। ਹੀਰਾ ਦੇਵੀ ਦੇ ਅੰਦਰਲੀ ਤਪਸ਼ ਬੁਝ ਘਟ ਨਹੀਂ ਸੀ ਰਹੀ। ਬੁਝਾਉਣ ਵੀ ਲੱਗਦੀ ਸੀ ਤਾਂ ਕੇਸਰੀ ਤੇਲ ਦੇ 2 ਛਿੱਟੇ ਹੋਰ ਮਾਰ ਦਿੰਦੀ ਸੀ। ਅਣਵਸੀ ਓਪਰੇ ਖਿਆਲ ਆਉਣ ਲੱਗ ਪਏ। ਉਹਨੂੰ ਜਾਪਿਆ ਜਿਵੇਂ ਕੇਸਰੀ ਜਿੱਦਾਂ ਦੀ ਇੱਥੇ ਆਈ ਸੀ ਅੱਗੇ ਨਾਲੋਂ ਸੁੱਖ ਰਹਿਣੀ ਹੋ ਗਈ ਸੀ। ਉਹਦੀ ਸਿਹਤ ਬੜੀ ਚੰਗੀ ਹੋ ਗਈ ਸੀ ਤੇ ਰੰਗ ਰੂਪ ਨਿਖਰ ਆਇਆ ਸੀ। ਭੁੱਖੇ ਘਰੋਂ ਆਈ, ਇੱਥੇ 36 ਪਦਾਰਥ ਖਾਣ ਨੂੰ ਮਿਲਦੇ ਆ, ਕਿਸੇ ਨੇ ਪੁੱਛਣਾ ਨਹੀਂ, ਟੋਕਣਾ ਨਹੀਂ। ਫਿਰ ਆਪੇ ਬੇਫਿਕਰੀ ਨਾਲ ਮਸਤਨਾ ਹੋਇਆ। ਰਾਮ ਦਾ ਨਾਂ ਵੀ ਬੰਦਾ ਲਏ ਤਾਂ ਕੁਝ ਦੇਹ ਦੀ ਆਤਮਾ ਦੀ ਸੋਝੀ ਪਈ। ਉਹਨੂੰ ਉਹ ਵੀ ਨਹੀਂ, ਅਨਪੜ੍ਹ ਜੋ ਹੋਈ। ਪਰ ਹੁਣ ਇਉਂ ਕਿੰਨਾ ਕੁ ਚਿਰ ਗੁਜ਼ਾਰਾ ਹੋਏਗਾ? ਫਿਰ ਆਪੇ ਇਹਨਾਂ ਵਿਚਾਰਾਂ ਉੱਤੇ ਖਿਝ ਆਉਣ ਲੱਗ ਪਈ। ਇਹਦਾ ਕਾਰਨ ਸੋਚਣਾ ਚਾਹਿਆ, ਪਰ ਕੋਈ ਸਮਝ ਨਾ ਪਈ। ਮਨ ਸਗੋਂ ਹੋਰ ਦੁਖੀ, ਹੋਰ ਉਦਾਸ ਹੁੰਦਾ ਗਿਆ। ਤੁਹਾਡੀਆਂ ਲੱਤਾਂ ਬਾਹਾਂ ਹੋਰ ਦਬਾ ਦਿਆਂ ਬੀਬੀ ਜੀ? ਕੇਸਰੀ ਨੇ ਕੰਮ ਤੋਂ ਵਿਹਲੀ ਹੋ ਕੇ ਆਉਂਦਿਆਂ ਫਿਰ ਪੁੱਛਿਆ। ਪਰ ਹੀਰਾ ਦੇਵੀ ਦੀ ਉਹ ਇੱਕੋ ਚੁੱਪ। ਕੇਸਰੀ ਆਪ ਮੁਹਾਰੀ ਬੋਲਦੀ ਬੋਲਦੀ ਉਹਦੇ ਆਸਣ ਉੱਤੇ ਆ ਬੈਠੀ ਤੇ ਰਜਾਈ ਦੇ ਉੱਤੋਂ ਦੀ ਉਹਦੀਆਂ ਲੱਤਾਂ ਘੁੱਟਣ ਲੱਗ ਪਈ। ਪਰ ਰਜਾਈ ਵੀ ਤਪੀ ਹੋਈ ਸੀ। ਅੰਦਰ ਹੱਥ ਪਾ ਕੇ ਬਾਂਹ ਟੋਈ ਤਾਂ ਉਹ ਬਹੁਤ ਤਪ ਰਹੀ ਸੀ। ਤੁਹਾਨੂੰ ਤਾਂ ਲੋੜੇ ਦਾ ਤਾਪ ਹੈ ਬੀਬੀ ਜੀ, ਮੈਂ ਭਰਾ ਜੀ ਨੂੰ ਫੇਰ ਸੱਦ ਲਿਆਵਾਂ। ਕੁਝ ਚਿਰ ਉਹ ਚੁੱਪ ਤੇ ਫਿਰ ਸਖਤ ਕੁਰਖਤ ਆਵਾਜ਼ ਆਈ, ਨਹੀਂ, ਪਰੇ ਹੋ ਕੇ ਬਹਿ ਜਾ, ਮੈਨੂੰ ਬੁਲਾ ਨਾ। ਕੇਸਰੀ ਨੂੰ ਕੋਈ ਸਮਝ ਨਾ ਪਈ। ਹੀਰਾ ਦੇਵੀ ਦੀ ਇਸ ਉੱਪਰੀ ਹਾਲਤ ਤੋਂ ਡਰ ਜਿਹਾ ਹੋਣ ਲੱਗ ਪਿਆ। ਉਹ ਸੋਚਣ ਲੱਗੀ ਕਿ ਕਿਧਰੇ ਨਾ ਇਹ ਨਹੀਂ, ਮੇਰੇ ਤਾਂ ਸਾਰੀ ਦੁਨੀਆ ਹੀ ਹਨੇਰ ਗੁਬਾਰ ਹੋ ਜਾਣੀ ਹੈ ਇਹਨਾਂ ਬਿਨਾਂ। ਉਸ ਤੁਰੰਤ ਹੀ ਉਹਦੀ ਰਜਾਈ ਠੀਕ ਕੀਤੀ। ਬਾਹਰ ਨੂੰ ਜਾਂਦਿਆਂ ਆਪਣੇ ਸਿਰ ਤੋਂ ਖਿਸਕ ਜਾਂਦੀ ਚੁੰਨੀ ਨਾਲ ਚੰਗੀ ਤਰ੍ਹਾਂ ਸਿਰ ਢੱਕ ਲਿਆ। ਪਲਕੂ ਪਿੱਛੋਂ ਆਪਣੇ ਚੁਬਾਰੇ ਦੀ ਕੁੰਡੀ ਬੰਦ ਕਰਕੇ ਮੁੜ ਆਈ। ਫਿਰ ਉਹ ਸਾਰੀ ਰਾਤ ਦੋਹਾਂ ਜਣੀਆਂ ਦੀ ਬੜੀ ਦੁਬਿਧਾ 'ਚ ਬੀਤੀ। ਕੇਸਰੀ ਜਦੋਂ ਹੀਰਾ ਦੇਵੀ ਨੂੰ ਬੁਲਾਉਂਦੀ ਤਾਂ ਉਹ ਪਹਿਲੀ ਦੂਜੀ ਵਾਰ ਤਾਂ ਬੋਲਦੀ ਨਹੀਂ ਸੀ, ਤੇ ਜਦੋਂ ਬੋਲਦੀ ਉਹ ਕੁਰਖਤ ਤੇ ਖਿਜੀ ਹੋਈ ਆਵਾਜ਼ ਸੁਣਦੀ। ਕੇਸਰੀ ਦਾ ਮਨ ਉਨੀਂਦਰੇ, ਦੁੱਖ ਦੇ ਤੇ ਉੱਪਰੇ ਖਿਆਲਾਂ ਨਾਲ ਫੋੜੇ ਵਾਂਗ ਅੰਬ ਚੱਲਿਆ ਸੀ। ਅੰਤ ਤੇ ਕਹਿਰ ਦੀ ਰਾਤ ਕਿਵੇਂ ਨਾ ਕਿਵੇਂ ਬੀਤ ਗਈ, ਪਰ ਇਉਂ ਜਾਪਿਆ ਜਿਵੇਂ 3 ਯੁੱਗਾਂ ਦੇ ਲੰਮੇ ਸਮੇਂ ਵਾਂਗ ਬੀਤੀ ਹੋਵੇ। ਅਖੀਰ ਕਲਯੁਗ ਵਰਗਾ ਕਲਹਿਣਾ ਦਿਨ ਚੜਿਆ। ਕੇਸਰੀ ਉੱਠ ਕੇ ਬਾਹਰ ਆਈ ਤਾਂ ਬੜਾ ਕੁਵੇਲਾ ਹੋਇਆ ਵੇਖ ਕੇ ਉਹਨੇ ਕਾਹਲ ਕਰਦਿਆਂ ਸਟੋਵ ਬਾਲਿਆ, ਪਾਣੀ ਉਬਲਣਾ ਧਰਤਾ। ਆਪ ਜਦੋਂ ਚੁਬਾਰੇ ਦੇ ਸਿਖਰ ਤੇ ਗਈ ਤਾਂ ਫੱਗਣ ਦੇ ਸੂਰਜ ਦੀਆਂ ਰਤਾ ਤਿੱਖੀਆਂ ਕਿਰਨਾਂ ਨਾਲ ਉਨੀਂਦਰੀਆਂ ਅੱਖਾਂ ਚੁੰਧਿਆ ਗਈਆਂ। ਅਸਹਿ ਰੜਕ ਪੈਣ ਲੱਗ ਪਈ। ਕਿੰਨਾ ਚਿਰ ਸੂਰਜ ਵੱਲ ਮੂੰਹ ਕਰੀ ਗੁੰਮਸੁੰਮ ਹੋਈ ਖੜੋਤੀ ਰਹੀ। ਕੁਝ ਚਿਰ ਮਗਰੋਂ ਇੱਕਦਮ ਜਿਵੇਂ ਕਿਸੇ ਡੂੰਘੇ ਖਿਆਲ ਨੇ ਜਗਾ ਦਿੱਤਾ। ਆਪਣੀਆਂ ਅੱਧ ਨੰਗੀਆਂ ਸਡੌਲ ਬਾਹਾਂ ਵੱਲ ਭਰਵੀਂ ਨਿਗਾਹ ਤੱਕਿਆ। ਵੱਟੋ ਵੱਟ ਹੋਈ ਕੁੜਤੀ ਵਿੱਚ ਕੱਸੇ ਕੁੱਟੇ ਨਿੱਗਰ ਨਰੋਏ ਅੰਗਾਂ ਵੱਲ ਤੱਕਿਆ ਤੇ ਪਿੰਡੇ 'ਚ ਝਰਨਾਟ ਛਿੜ ਪਈ। ਉਲਝੇ ਹੋਏ ਰੁੱਖੇ ਵਾਲ ਅੱਖਾਂ ਮੂੰਹ ਤੇ ਖਿਲ ਰਹੇ ਸਨ। ਉਹਨਾਂ ਦੀ ਛੋਹ ਤੋਂ ਬੜੀ ਅਲਕਤ ਆ ਰਹੀ ਸੀ। ਇਉਂ ਵੀ ਲੱਗਦਾ ਸੀ ਜਿਵੇਂ ਉਹ ਗਿੱਚੀ ਤੇ ਚਿਹਰੇ ਤੇ ਕੁਤਕੁਤਾੜੀਆਂ ਕੱਢ ਰਹੇ ਹੋਣ। ਇਸੇ ਕਰਕੇ ਠੀਕ ਨਹੀਂ ਕੀਤੀ। ਬਾਹਾਂ ਦੀ ਬਲਾਗੜੀ ਪਾਈ ਉਵੇਂ ਉੱਥੇ ਖੜੋਤੀ ਰਹੀ। ਅੱਖਾਂ 'ਚ ਚੰਚਲਤਾ, ਚਿਹਰੇ ਤੇ ਭਖਾ ਆਉਂਦਾ ਗਿਆ ਤੇ ਜਦੋਂ ਉੱਚੀ ਕੀਤੀ ਨਿਗਾਹ ਤਾਂ ਸਾਹਮਣੇ ਅਦਭੁਤ ਸੰਸਾਰ ਪਸਰਿਆ ਦਿਸ ਰਿਹਾ।
ਖੱਬੇ ਪਾਸੇ ਦੂਰ ਤਾਈਂ ਖੁੱਲਾ ਮੈਦਾਨ ਸੀ, ਜਿੱਥੇ ਕਮੇਟੀ ਨੇ ਟਾਹਲੀ, ਸ਼ਰੀਂਹ ਤੇ ਨਿੰਮ ਦੇ ਰੁੱਖਾਂ ਦਾ ਜ਼ਖੀਰਾ ਲਵਾਇਆ ਸੀ। ਰੁੱਖ ਪਿਛਲੇ 5-7 ਵਰ੍ਹਿਆਂ ਦੇ ਹੀ ਲੱਗੇ ਹੋਣ ਕਰਕੇ ਅਜੇ ਭਰ ਜਵਾਨ ਨਹੀਂ ਸਨ ਹੋਏ। ਸ਼ਰੀਂਹ ਤੇ ਨਿੰਮ ਮਸਫੁੱਟ ਗਭਰੀਟਾਂ ਵਰਗੇ ਤੇ ਟਾਹਲੀਆਂ ਲੰਮੀਆਂ ਛਮਕਾਂ ਵਰਗੀਆਂ ਕੁੜੀਆਂ ਵਾਂਗ ਜਾਪਦੀਆਂ ਸੀ। ਸਭ ਦੇ ਪਰਿਵਾਰ ਭਾਰੇ ਹਰੇ ਕਚੂਰ ਪੱਤਿਆਂ ਨਾਲ ਚਹਿ ਕਰ ਰਹੇ ਸਨ। ਦੂਰ ਵੱਡੇ ਛੱਪੜ ਵਾਲੇ ਬੁੱਢੇ ਬੋੜ ਉੱਤੋਂ ਦੀ ਝਾਕਦਾ ਤਪਿਆ ਸੂਰਜ ਆਪਣਾ ਸਾਰਾ ਸੁਨਹਿਰਾ ਰੰਗ ਹੋਲੀ ਦੇ ਗੁਲਾਲ ਵਾਂਗ ਇਹਨਾਂ ਗਭਰੀਟ ਰੁੱਖਾਂ ਦੇ ਧੋਤੇ ਨਿਖਰੇ ਚਿਹਰਿਆਂ ਉੱਤੇ ਧੂੜੀ ਜਾ ਰਿਹਾ ਜਾਪਦਾ ਸੀ ਤੇ ਸਭ ਖਿੜ ਖਿੜ ਕਰਕੇ ਹੱਸ ਰਹੇ ਸਨ। ਸਾਹਮਣੇ ਸੱਜੇ ਪਾਸੇ ਮੰਡੀ ਤੇ ਸ਼ਾਹ ਲੋਕਾਂ ਦੀਆਂ ਤਮੰਜਲੀਆਂ ਦੁਮੰਜਲੀਆਂ ਅਟਾਰੀਆਂ ਸਨ। ਇਹਨਾਂ ਦੇ ਉੱਚੇ ਬਨੇਰੇ ਵੀ ਧੋਤੇ ਤੇ ਨਿਖਰੇ ਨਿਖਰੇ ਲੱਗਦੇ ਸਨ। ਗਲੀਆਂ 'ਚ ਸਿਰਫ ਦੋਧੀਆਂ ਦੇ ਸਾਈਕਲਾਂ ਦੀਆਂ ਟੱਲੀਆਂ ਤੇ ਭੌਂਪੂਆਂ ਦੀ ਆਵਾਜ਼ ਵੀ ਅੱਜ ਭੈੜੀ ਨਹੀਂ ਸੀ ਲੱਗਦੀ। ਫਿਰ ਕਿਸੇ ਕਾਰਨ ਇਹ ਕੁਝ ਪਲਾਂ ਦੀ ਸ਼ਾਂਤੀ ਲੈਂਪ ਦੀ ਚਿਮਨੀ ਵਾਂਗ ਕੜਕ ਕਰਕੇ ਟੁੱਟ ਗਈ, ਜਿਵੇਂ ਕਿਸੇ ਨੇ ਠੰਡੇ ਪਾਣੀ ਦਾ ਛਿੱਟਾ ਮਾਰਤਾ ਹੋਵੇ। ਮਨ ਬਹੁਤ ਕਾਹਲਾ ਪੈ ਗਿਆ। ਵਾਹੋਦਾਈ ਨਸਦੀ ਹੇਠ ਆਈ ਤਾਂ ਵੇਖਿਆ ਪਾਣੀ ਕਿੰਨੇ ਸਮੇਂ ਦਾ ਉਬਲ ਰਿਹਾ ਸੀ। ਕਰਮੰਡਲ 'ਚ ਪਾਣੀ ਸਮੋ ਕੇ ਹੀਰਾ ਦੇਵੀ ਕੋਲ ਆਈ ਤਾਂ ਉਹ ਕੰਧ ਨਾਲ ਢੋਹ ਲਾਈ ਬੈਠੀ ਸੀ। ਅੱਖਾਂ ਸੁੱਜੀਆਂ ਤੇ ਸੂਈਆਂ ਲੱਗਦੀਆਂ ਸਨ, ਚਿਹਰਾ ਉਤਰਿਆ ਹੋਇਆ, ਵਾਲ ਖਿਲਰੇ ਉਲਝੇ। ਉਹਦਾ ਇਹੋ ਜਿਹਾ ਹਾਲ ਕੇਸਰੀ ਨੇ ਪਹਿਲਾਂ ਕਦੀ ਨਹੀਂ ਸੀ ਵੇਖਿਆ। ਮੂੰਹ ਹੱਥ ਧੋ ਲਓ ਬੀਬੀ ਜੀ, ਮੈਂ ਹੁਣੇ ਚਾਹ ਲਿਆਈ, ਕੇਸਰੀ ਨੇ ਫਰਸ਼ ਤੇ ਕਰਮੰਡਲ ਰੱਖਦਿਆਂ ਕਿਹਾ। ਚਾਹ ਨਾ ਲਿਆਈ। ਇੰਨਾ ਕਹਿੰਦਿਆਂ ਹੀਰਾ ਦੇਵੀ ਲੜਖੜਾਉਂਦੇ ਪੈਰਾਂ ਨਾਲ ਉੱਠੀ ਤੇ ਕਰਮੰਡਲ ਕੋਲ ਜਾ ਕੇ ਮੂੰਹ ਹੱਥ ਧੋਣ ਲੱਗ ਪਈ। ਮੁੜ ਬਿਸਤਰੇ ਤੇ ਆ ਕੇ ਜਦੋਂ ਉਸ ਅਲਮਾਰੀ ਵਿੱਚੋਂ ਕੇਸ ਵਾਹੁਣ ਲਈ ਕੰਘੀ ਕੱਢੀ ਤਾਂ ਹੱਥ ਕੰਬਣ ਲੱਗ ਪਏ। ਸਾਹ ਸਤੁੱਕਾ ਮੁੱਕ ਗਿਆ ਜਾਪਿਆ। ਕੰਘੀ ਰੱਖ ਕੇ ਉਂਝੀ ਵਾਲ ਕੱਸ ਲਏ। ਉੱਠ ਕੇ ਖੜਾਵਾਂ ਪਾਈਆਂ ਹੌਲੀ ਹੌਲੀ ਹੇਠਾਂ ਵੱਲ ਤੁਰ ਪਈ। ਕੇਸਰੀ ਨੇ ਵੇਖਿਆ ਪਰ ਰੋਕਿਆ ਨਹੀਂ। ਹੇਠ ਆ ਕੇ ਮੰਦਰ ਦਾ ਬੂਹਾ ਖੋਲ੍ਹਣ ਤੋਂ ਪਹਿਲਾਂ ਵੇਖਿਆ ਕਿੰਨਾ ਸਾਰਾ ਪਾਣੀ, ਸੰਧੂਰ, ਟੰਗੂਰ, ਮਾਰੇ, ਦਾਣੇ, ਚੌਲ ਤੇ ਅਜੀ ਹੋਰ ਸਮੱਗਰੀ ਮੰਦਰ ਦੇ ਬਾਹਰਲੇ ਖੁੰਝੇ ਵੱਲ ਇੱਕ ਵੱਡੇ ਹੋਏ ਜੰਡ ਦੀ ਮੁੱਢੀ ਉੱਤੇ ਤੇ ਉਹਦੇ ਦੁਆਲੇ ਖਿਲਰੀ ਹੋਈ ਸੀ। ਪਾਸੀਂ ਕਿੰਨਾ ਹੀ ਚਿੱਕੜ ਹੋਇਆ ਲੱਗਦਾ ਸੀ। ਥਾਂ ਥਾਂ ਨੰਗੇ ਪੈਰਾਂ ਦੀਆਂ ਪੈੜਾਂ ਬੜੀਆਂ ਘਿਨਾਉਣੀਆਂ ਲੱਗਦੀਆਂ ਸੀ। ਬੂਹਾ ਖੋਲ੍ਹ ਕੇ ਉਹ ਅੰਦਰ ਆਈ ਤਾਂ ਹਨੇਰਾ ਹੋਣ ਕਰਕੇ ਕੁਝ ਨਜ਼ਰ ਨਹੀਂ ਆਇਆ। ਤਾਕੀਆਂ ਖੋਲ੍ਹਣ ਲਈ ਦਿਲ ਕੀਤਾ, ਪਰ ਜਦੋਂ ਇੱਕ ਤਾਕੀ ਨੂੰ ਫੜ ਕੇ ਖਿੱਚਿਆ ਤਾਂ ਉਹ ਨਹੀਂ ਖੁੱਲ੍ਹ ਸਕੀ। ਫਿਰ ਅਚਾਨਕ ਯਾਦ ਆਇਆ ਕਿ ਤਾਕੀਆਂ ਤਾਂ ਖੋਲ੍ਹਣੀਆਂ ਹੀ ਨਹੀਂ ਸੀ। ਬੱਤੀ ਜਗਾਈ। ਕੇਸਰੀ ਨੇ ਸਭ ਸਫਾਈ ਕੱਲ੍ਹ ਹੀ ਕਰ ਦਿੱਤੀ ਸੀ। ਮੂਰਤੀਆਂ ਸਾਹਮਣੇ ਧੂਫ ਤੇ ਜੋਤ ਜਗਾਈ, ਪ੍ਰਮਾਣ ਕੀਤਾ ਤੇ ਪ੍ਰਣਾਮ ਕੀਤਾ ਤੇ ਆਸਣ ਉੱਤੇ ਬਹਿ ਗਈ। ਉਸੇ ਵੇਲੇ ਸਭ ਨਿਤਨੇਮ ਆਉਣ ਲੱਗ ਪਈਆਂ। ਇਕੱਠ ਵੱਧਦਾ ਗਿਆ। ਉਸ ਭਗਵਾਨ ਦੇ ਚਰਨਾਂ 'ਚ ਪਿਆ ਤਾਨਪੁਰਾ ਚੁੱਕ ਲਿਆ। ਸਭ ਨੇ ਰਲ ਕੇ ਭਜਨ ਗਾਇਆ। ਸ਼ਾਂਤ ਵਾਤਾਵਰਨ 'ਚ ਰਲਵੀਆਂ ਆਵਾਜ਼ਾਂ ਗੂੰਜੀਆਂ ਤਾਂ ਸਾਰੀ ਰਾਤ ਦਾ ਤਪਿਆ ਮਨ ਸਥਿਰ ਹੁੰਦਾ ਜਾਪਿਆ। ਪਰ ਕੇਸਰੀ ਅਜੇ ਨਹੀਂ ਸੀ ਆਈ। ਬੜੀ ਅਜੀਬ ਗੱਲ ਸੀ। ਇਹ ਸੋਚ ਕੇ ਕੀਰਤਨ ਕਰਦਿਆਂ ਹੀ ਚਿੱਤ ਕਾਹਲਾ ਪੈਣ ਲੱਗ ਪਿਆ। ਹੱਥ ਪੈਰ ਗੜੇ ਵਾਂਗ ਠਰਨ ਲੱਗ ਪਏ ਤੇ ਕੰਬਦੇ ਕੰਬਦੇ ਹੋਠ ਚੁੱਪ ਹੋ ਗਏ। ਅੱਖਾਂ ਮੁੰਦੀਆਂ ਗਈਆਂ। ਸਿਰ ਨਿਵਾ ਕੇ ਭਗਵਾਨ ਦੇ ਚਰਨਾਂ 'ਚ ਰੱਖਿਆ ਤਾਂ ਮੁੜ ਚੁੱਕਿਆ ਹੀ ਨਹੀਂ ਗਿਆ। ਪਲ ਭਰ ਲਈ ਤਾਂ ਸਭ ਤੀਵੀਆਂ ਹੈਰਾਨ ਹੋਈਆਂ, ਪਰ ਜਦੋਂ ਤਾਨਪੁਰਾ ਵੀ ਭੁੰਜੇ ਡਿੱਗ ਪਿਆ ਤਾਂ ਸਭ ਘਬਰਾ ਗਈਆਂ। ਕੁੜੇ ਦੇਵੀ ਜੀ ਨੂੰ ਕੀ ਹੋ ਗਿਆ? ਨਹੀਂ ਗਾਂਹ ਹੋ ਕੇ ਵੇਖ ਤਾਂ ਲਓ, ਲੋੜਾ ਆ ਗਿਆ, ਕੋਈ ਤਾਂ ਉੱਠੋ। ਕਾਂਤੀ ਦੇਈ ਨੇ ਘਾਬਰੀ ਆਵਾਜ਼ 'ਚ ਕਿਹਾ ਤੇ ਆਪਣੀ ਚੁੰਨੀ ਬੋਚਦੀ ਉੱਠ ਕੇ ਹੀਰਾ ਦੇਵੀ ਵੱਲ ਔਲੀ। ਪਰ ਜਦੋਂ ਮੋਢਿਆਂ ਤੋਂ ਫੜ ਕੇ ਹਿਲਾਉਣਿਆ ਤਾਂ ਅੱਖਾਂ ਤਾੜੇ ਲੱਗੀਆਂ ਸਨ, ਸਾਹ ਕਸਵਾਂ ਆ ਰਿਹਾ ਸੀ। ਹਾਏ ਹਾਏ ਕੁੜੇ, ਹੁਣ ਤੁਸੀਂ ਕੋਈ ਤਾਂ ਹਿੱਲੋ, ਉਹ ਚੀਕੀ ਤੇ ਹੀਰਾ ਦੇਵੀ ਨੂੰ ਆਪਣੀ ਗੋਦੀ 'ਚ ਲਟਾਉਣ ਦਾ ਯਤਨ ਕਰਦਿਆਂ ਬਹਿ ਗਈ। ਹਫੜਾ ਦਫੜੀ ਜੀ ਮਚ ਗਈ ਸੀ। ਕਈ ਬੁੱਢੀਆਂ ਰਾਮ ਰਾਮ ਦਾ ਜਾਪ ਕਰਦੀਆਂ ਭਗਵਾਨ ਅੱਗੇ ਪ੍ਰਾਰਥਨਾ ਕਰਨ ਲੱਗ ਪਈਆਂ। ਕੇਸਰੀ ਵੀ ਰੌਲਾ ਸੁਣ ਕੇ ਹੇਠਾਂ ਉਤਰੇ। ਉਸੇ ਵੇਲੇ ਪਾਣੀ ਲਿਆਉਣ ਲਈ ਫੇਰ ਮੁੜਨ ਲੱਗੀ, ਪਰ ਬੂਹੇ ਉੱਤੇ ਭਰਾ ਜੀ ਨੂੰ ਖੜੋਤਿਆਂ ਵੇਖ ਕੇ ਘਬਰਾ ਗਈ। ਆਵਾਜ਼ ਨਹੀਂ ਨਿਕਲੀ। ਜੀ ਜੀ ਕਰਕੇ ਥਥਲਾਉਣ ਲੱਗ ਪਈ ਤੇ ਅੰਦਰ ਵੱਲ ਹੱਥ ਕਰਦਿਆਂ ਪਾਣੀ ਪਾਣੀ ਕਰਦੇ ਪੌੜੀਆਂ ਜਾ ਚੜੀ। ਭਰਾ ਜੀ ਅੰਦਰ ਆਏ। ਹੀਰਾ ਦੇਵੀ ਦੀ ਹਾਲਤ ਵੇਖ ਕੇ ਰਤਾ ਘਬਰਾਏ। ਫਿਰ ਚੁੱਪਚਾਪ ਉਹਨੂੰ ਬਾਹਾਂ ਤੇ ਲਟਾ ਕੇ ਤੀਵੀਆਂ ਨੂੰ ਚੁੱਪ ਕਰਨ ਲਈ ਹਦਾਇਤ ਕਰਦਿਆਂ ਚੁਬਾਰੇ ਦੀਆਂ ਪੌੜੀਆਂ ਚੜ੍ਹ ਆਏ। ਕੁਝ ਅੰਦਰ ਕੁਝ ਬਾਹਰ ਖੜੋਤੀਆਂ ਤੀਵੀਆਂ ਸਹਿਮੀਆਂ ਦੱਬੀਆਂ ਆਵਾਜ਼ਾਂ ਨਾਲ ਗੱਲਾਂ ਕਰਦੀਆਂ ਘਰੋਂ ਘਰੀ ਤੁਰ ਚੱਲੀਆਂ। ਕੇਸਰੀ ਭੱਜੀ ਭੱਜੀ ਉੱਤੋਂ ਆਈ ਤੇ ਭਰਾ ਜੀ ਦਾ ਦਵਾਈਆਂ ਵਾਲਾ ਬੈਗ ਚੁੱਕ ਕੇ ਮੰਦਰ ਦਾ ਬੂਹਾ ਭੀੜਦਿਆਂ ਫਿਰ ਉੱਤੇ ਚਲੀ ਗਈ। ਤੂੰ ਬੜੀ ਗੈਰ ਜ਼ਿੰਮੇਵਾਰ ਹੈ ਕੇਸਰੀ, ਭਰਾ ਜੀ ਨੇ ਉਹਨੂੰ ਝਿੜਕਿਆ। ਮੈਂ ਤੈਨੂੰ ਕਿਹਾ ਸੀ ਇਹਨਾਂ ਨੂੰ ਬਿਲਕੁਲ ਹਿੱਲਣ ਵੀ ਨਹੀਂ ਦੇਣਾ। ਕੇਸਰੀ ਦੀ ਜੀਭ ਵੀ ਠੱਕ ਹੀ ਗਈ। ਪਹਿਲਾਂ ਤਾਂ ਮਨ ਦੇ ਨਾਲ ਅੱਖਾਂ ਵੀ ਭਰ ਆਈਆਂ, ਪਰ ਫਿਰ ਕੁਝ ਰੋਸ ਨਾਲ ਭਖਣ ਲੱਗ ਪਈਆਂ। ਭਰਾ ਜੀ ਅਜੇ ਵੀ ਬੈਗ ਵਿੱਚੋਂ ਸਿਰਿੰਜ ਤੇ ਦਵਾਈ ਵਾਲੀ ਨਿੱਕੀ ਸ਼ੀਸ਼ੀ ਕੱਢਦਿਆਂ ਉਹਨੂੰ ਝਿੜਕ ਰਹੇ ਸੀ। ਉਹਨਾਂ ਦਾ ਜਵਾਬ ਦੇਣਾ ਚਾਹੁੰਦੀ ਸੀ, ਪਰ ਜ਼ੁਬਾਨ ਹੀ ਜਿਵੇਂ ਨਹੀਂ ਸੀ ਹਿਲਦੀ। ਇਹੋ ਨਾ ਬਈ ਮੈਂ ਇਹਨਾਂ ਦਾ ਦਿੱਤਾ ਖਾਨੀ ਆ। ਉਹਦਾ ਤਪਦਾ ਮਨ ਮੁੜ ਮੁੜ ਇਹੋ ਸੋਚ ਰਿਹਾ ਸੀ। ਹੋਰ ਕਿਸ ਗੱਲੋਂ ਮੈਨੂੰ ਝਿੜਕਦੇ ਆ?
ਮੈਂ ਉਹਨੂੰ ਹੇਠ ਆਪ ਤੋਰਿਆ ਸੀ। ਜੇ ਮੁੜਦੀ ਤਾਂ ਉਹਨੂੰ ਵੀ ਕਿਹੜਾ ਅੱਗੋਂ ਸਿੱਧਾ ਜਵਾਬ ਦੇਣਾ ਸੀ। ਲੋਕਾਂ ਨੂੰ ਸਾਰਾ ਦਿਨ ਸ਼ਾਂਤੀ ਸ਼ਾਂਤੀ ਦਾ ਉਪਦੇਸ਼ ਦਿੰਦੇ, ਆਪ ਜਦੋਂ ਕ੍ਰੋਧ 'ਚ ਆਉਂਦੀ ਹੈ ਤਾਂ ਕਾਲਕਾ ਮਾਈ ਬਣ ਖੜਾਉਂਦੀ ਹੈ। ਬੰਦੇ ਨੇ ਝਿੜਕਾਂ ਖਾ ਕੇ ਆਪਣੀ ਪੱਤ ਤਾਂ ਨਹੀਂ ਲੁਆਣੀ। ਉਹ ਭਰਾ ਜੀ ਤੋਂ ਆਗਿਆ ਲਏ ਬਿਨਾਂ ਹੀ ਦੂਜੇ ਚੁਬਾਰੇ 'ਚ ਆ ਗਈ। ਪਿੱਛੋਂ ਉਹਨਾਂ 2-3 ਆਵਾਜ਼ਾਂ ਵੀ ਮਾਰੀਆਂ ਪਰ ਨਹੀਂ ਬੋਲੀ। ਆ ਕੇ ਭਾਂਡਿਆਂ ਤੇ ਕੱਪੜਿਆਂ 'ਚ ਚੁੱਕ ਧਾਰਿਆਂ ਕਰਨ ਲੱਗ ਪਈ ਜਿਵੇਂ ਸਮਾਨ ਸਮੇਟ ਰਹੀ ਹੋਵੇ। ਅਲਮਾਰੀ 'ਚ ਵਾਧੂ ਪਏ ਸਾਰੇ ਕੱਪੜੇ ਆਪਣੀ ਟਰੰਕੀ 'ਚ ਪਾ ਲਏ। ਕੁਝ ਤਸਵੀਰਾਂ ਇਕੱਠੀਆਂ ਕਰਕੇ ਅਲਮਾਰੀ ਦੇ ਉਤਲੇ ਰੱਖਣੇ 'ਚ ਇਕੱਠੀਆਂ ਕਰਤੀਆਂ। ਭਾਂਡੇ ਵਿਚਕਾਰਲੇ ਖਾਨੇ 'ਚ ਚਿਣ ਦਿੱਤੇ। ਆਪਣਾ ਨਿੱਕਾ ਜਿਹਾ ਬਿਸਤਰਾ ਦੂਰਾ ਚੌਰਾ ਕਰਕੇ ਖੂੰਜੇ ਲਾਤਾ। ਆਸਣ ਵਾਲੀ ਪੁਰਾਣੀ ਦਰੀ ਤੇ ਮਾਈ ਸੁਰਤੀ ਦੀਆਂ ਬੋਰੀਆਂ ਖੂੰਜੇ ਇਕੱਠੀਆਂ ਕਰਤੀਆਂ। ਮੈਂ ਟੀਕਾ ਲਾ ਚਲਿਆ, ਧਿਆਨ ਰੱਖੀ ਕਿਤੇ ਅੱਗੇ ਵਾਂਗੂ ਚੰਦ ਨਾ ਚੜਾ ਦੇਈਂ। ਚੁਬਾਰੇ ਦੇ ਸਾਹਮਣੇ ਆ ਕੇ ਰਤਾ ਰੁਕਦਿਆਂ ਭਰਾ ਜੀ ਹੋਰ ਕੁਰਖਤ ਲਹਿਜੇ 'ਚ ਬੋਲੇ, ਮੈਂ ਹੁਣੇ ਕਾਰ ਲੈ ਕੇ ਆਉਣਾ, ਇਹਨਾਂ ਨੂੰ ਘਰ ਲਿਜਾਣਾ। ਤੇ ਉਹ ਸ਼ਾਇਦ ਕੋਈ ਫਿੱਕਾ ਸ਼ਬਦ ਕਹਿੰਦਿਆਂ ਰੁਕ ਕੇ ਪੌੜੀਆਂ ਉਤਰ ਗਏ। ਕੇਸਰੀ ਦਾ ਮਨ ਬੇਬਲ ਹੋ ਉੱਠਿਆ। ਉਵੇਂ ਫਿਰ ਉਸ ਚੁੱਕ ਧਰ ਕਰਦਿਆਂ ਕਈ ਵਾਰ ਮਨ ਕਾਬੂ ਕਰਨ ਦਾ ਯਤਨ ਕੀਤਾ, ਪਰ ਅਥਰੇ ਘੋੜੇ ਵਾਂਗ ਬੇਕਾਬੂ ਹੋਇਆ ਚੰਚਲ ਮਨ ਹੱਥੋਂ ਵਾਗਾਂ ਛੁਡਾ ਕੇ ਸਿਰ ਮੈਦਾਨ ਨੱਸ ਤੁਰਿਆ ਸੀ। ਏਡੇ ਓਪਰੇ ਅਣਹੋਣੇ ਤੇ ਪੁੱਠੇ ਵਿਚਾਰ ਅੱਜ ਤੱਕ ਕਦੇ ਨਹੀਂ ਸੀ ਫੁਰੇ। ਉਹ ਹੁਣੇ ਇੱਥੋਂ ਨੱਸ ਜਾਣਾ ਚਾਹੁੰਦੀ ਸੀ। ਉਹਨੂੰ ਸਣੇ ਮੰਦਰ ਦੇ ਸਭੋ ਕੁਝ ਓਪਰਾ ਲੱਗਦਾ ਸੀ, ਜਿਵੇਂ ਕਿਸੇ ਓਪਰੀ ਧਰਤੀ ਤੇ ਫਿਰਦੀ ਹੋਵੇ। ਇਹੋ ਕੰਧਾਂ ਜਿਨ੍ਹਾਂ ਨਾਲ ਵਰਿਆਂ ਦੀ ਸਾਂਝ ਸੀ ਬਗਾਨੀਆਂ ਜਾਪਣ ਲੱਗ ਪਈਆਂ। ਜਿਸ ਹੀਰਾ ਦੇਵੀ ਉੱਤੇ ਲਹੂ ਡੋਲਣੋਂ ਵੀ ਕਦੀ ਨਹੀਂ ਸੀ ਝਿਜਕੀ, ਹੁਣ 10 ਕਦਮਾਂ ਦੀ ਵਿੱਥ ਤੇ ਜਾ ਕੇ ਉਹਦਾ ਮੂੰਹ ਵੇਖਣ ਨੂੰ ਜੀ ਨਹੀਂ ਸੀ ਕਰਦਾ। ਇਸੇ ਲਈ ਉਹ ਜ਼ੋਰ ਦੀ ਭਾਂਡੇ ਖੜਕਾਉਂਦੀ, ਹੋਰ ਸਮਾਨ ਤੇ ਨਿੱਕ ਸੁੱਕ ਨੂੰ ਇੱਧਰ ਉੱਧਰ ਕਰਦੀ ਰਹੀ। ਕਾਰ ਆਈ ਤੇ ਭਰਾ ਜੀ ਹੀਰਾ ਦੇਵੀ ਨੂੰ ਇਕੱਲੇ ਹੀ ਬਾਹਾਂ ਤੇ ਪਾ ਕੇ ਹੇਠ ਲੈ ਗਏ। ਉਹ ਭਾਵੇਂ ਹੁਣ ਬੇਸੁੱਧ ਨਹੀਂ ਸੀ, ਪਰ ਉੱਠ ਕੇ ਬੈਠਣ ਤੁਰਨ ਦਾ ਤਾਣ ਨਹੀਂ ਸੀ ਰਿਹਾ। ਇਸ ਪਿੱਛੋਂ ਚਾਂਦ ਚੱਕ ਚਾਰੇ ਪਾਸੇ ਸੁੰਨ ਸਰਾਂ ਹੋ ਗਈ। ਘਰ ਖਾਣ ਨੂੰ ਆਉਂਦਾ ਸੀ। 3 ਦਿਨ ਹੋ ਗਏ ਸੀ, ਸੁਰਤੀ ਵੀ ਨਹੀਂ ਸੀ ਮੁੜੀ। ਅੱਗੇ ਉਸ ਨਾਲ ਗੱਲੀਂ ਲੱਗ ਕੇ ਮਨ ਪਰਚਿਆ ਰਹਿੰਦਾ ਸੀ। ਉਹ ਆਪਣੇ ਕਿਸੇ ਦੂਰ ਨੇੜਿਓਂ ਲੱਗਦੇ ਭਤੀਜੇ ਦੇ ਵਿਆਹ ਤੇ ਗਈ ਸੀ। ਵਿਆਹ ਗਈ ਹੈ। ਉਦਾਸ ਹੋਇਆ ਮਨ ਹੁਣ ਹੋਰ ਹੀ ਵਹਿਣਾਂ 'ਚ ਵਹਿ ਤੁਰਿਆ। ਸੋਚਿਆ ਭਲਾ ਉਹਨੂੰ ਐਡੀ ਦੂਰ ਦੇ ਸ਼ਾਇਦ ਉਹਦੀ ਮਾਸੀ ਦਾ ਪੋਤਰਾ ਸੀ। ਭਤੀਜੇ ਦੇ ਵਿਆਹ ਦਾ ਕੀ ਚਾਅ ਸੀ ਜੋ ਚੂਨ ਭੂਨ ਉਸ ਲੋਕਾਂ ਦੇ ਘਰੋਂ ਮੰਗ ਤੰਗ ਕੇ ਇਕੱਠਾ ਕੀਤਾ ਸੀ, ਸਾਰਾ ਨਾਲ ਲੈ ਗਈ ਸੀ। ਸੁਰਤੀ ਹੋਈ ਕੌਣ? ਉਸ ਅਜੀਬ ਤਰ੍ਹਾਂ ਸੋਚਿਆ ਜਿਵੇਂ ਉਹਨੂੰ ਉੱਕਾ ਨਹੀਂ ਸੀ ਜਾਣਦੀ, ਤੇ ਸੋਚਦਿਆਂ ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਸੱਚੀ ਉਹਨੂੰ ਨਹੀਂ ਸੀ ਜਾਣਦੀ। ਜੇ ਜਾਣਦੀ ਹੁੰਦੀ ਤਾਂ ਇਹ ਪਤਾ ਨਾ ਹੁੰਦਾ ਕਿ ਉਹ ਐਡੀ ਦੂਰ ਦੇ ਭਤੀਜੇ ਦੇ ਵਿਆਹ ਕਿਉਂ ਤੁਰ ਗਈ ਸੀ। ਇੰਨਾ ਜ਼ਰੂਰ ਪਤਾ ਸੀ ਕਿ ਇਸ ਸੰਸਾਰ 'ਚ ਇਕੱਲੀ ਕਾਰੀ ਸੀ, ਨਾ ਕੋਈ ਪੁੱਤ, ਨਾ ਧੀ, ਨਾ ਰਿਸ਼ਤੇਦਾਰ। ਸਭ ਕੁਝ ਹੁੰਦਾ ਸੀ, ਪਰ ਭਗਵਾਨ ਨੇ ਸਭ ਖੋਹ ਲਿਆ। 2 ਪੁੱਤਰ, ਧੀ, ਪਤੀ ਤੇ ਸੱਸ ਸਹੁਰਾ ਤਾਂ ਪਹਿਲਾਂ ਕੱਤੇ ਦੀ ਬਿਮਾਰੀ ਵੇਲੇ ਤੁਰ ਗਏ ਸੀ। ਇਸੇ ਕਲਮੂਹੀ ਬਿਮਾਰੀ ਨੇ ਸੁਰਤੀ ਦੇ ਪੇਕਿਆਂ ਦਾ ਵੀ ਕੋਈ ਜੀ ਨਹੀਂ ਸੀ ਰਹਿਣ ਦਿੱਤਾ। ਇੱਥੇ ਉਹਦੇ ਸਹੁਰੇ ਹੁੰਦੇ ਸਨ, ਹੁਣ ਉਹ ਲੋਕਾਂ ਦੇ ਘਰੋਂ ਰੋਟੀਆਂ ਮੰਗ ਕੇ ਜੂਨ ਪੂਰੀ ਕਰਦੇ ਸੀ। ਸਾਰੀ ਉਮਰ ਦੇ 70 ਵਰ੍ਹੇ ਪੂਰੇ ਕਰ ਲਏ ਸਨ ਜਿੱਦੇ ਦਾ ਹੀਰਾ ਦੇਵੀ ਨੇ ਇਹ ਮੰਦਰ ਬਣਵਾਇਆ ਸੀ। ਇੱਥੇ ਆ ਕੇ ਰਹਿਣ ਲੱਗ ਪਈ। ਕੇਸਰੀ ਨੂੰ ਉਹਦਾ ਸਹਾਰਾ ਰਿਹਾ। ਰਾਤ ਨੂੰ 2 ਪੈ ਰਹਿੰਦੀਆਂ, ਡਰ ਨਹੀਂ ਸੀ ਲੱਗਦਾ। ਸਾਰੀ ਰਾਤ ਉਹ ਆਪਣੇ ਹੋਏ ਬੀਤੇ ਪਰਿਵਾਰ ਦੀਆਂ, ਚੌਧਰੀਆਂ ਤੇ ਸ਼ਾਹਾਂ ਦੇ ਘਰਾਂ ਦੀਆਂ ਗੁਪਤ ਗੱਲਾਂ ਸੁਣਾਉਂਦੀਆਂ ਰਹਿੰਦੀਆਂ। ਦਿਨੇ ਪੂਰੇ ਬੰਦੇ ਜਿੰਨਾ ਕੰਮ ਕਰਦੀ, ਕਦੇ ਅੱਕਦੀ ਥੱਕਦੀ ਨਹੀਂ ਸੀ। ਆਮ ਤੀਵੀਆਂ ਵਾਂਗ ਬੀਤੇ ਨੂੰ ਯਾਦ ਕਰਕੇ ਹਰ ਵੇਲੇ ਰੌਂ ਨਹੀਂ ਸੀ ਕਰਦੀ ਰਹਿੰਦੀ। ਸਗੋਂ ਹੀਰਾ ਦੇਵੀ ਦਾ ਵੀ ਜਦੋਂ ਚਿੱਤ ਡੋਲਦਾ ਤਾਂ ਉਹ ਤਰਵਾਸ ਦਿੰਦੀ ਸੀ। ਪਰ ਇਹ ਸੀ ਕਹਿ ਕੇ ਮੈਂ ਕਿਉਂ ਸੋਚਦੀ ਹਾਂ। ਕੇਸਰੀ ਨੂੰ ਅਚਾਨਕ ਖਿਆਲ ਆਇਆ। ਉਹਨੂੰ ਜਾਪਿਆ ਕਿ ਸੱਚੀ ਸੁਰਤੀ ਬਾਰੇ ਉਹਨੂੰ ਕੁਝ ਪਤਾ ਨਹੀਂ ਸੀ। ਹੁਣ ਉਹਦੇ ਨਾਲ ਸੰਬੰਧ ਵੀ ਕੋਈ ਨਹੀਂ ਸੀ ਰਿਹਾ। ਜਾਪਦਾ ਸੀ ਮੁੜ ਸੁਰਤੀ ਨੂੰ ਉਸ ਹੁਣ ਨਹੀਂ ਮਿਲਣਾ। ਵਰਿਆਂ ਜਿੱਡੀ ਕਾਲੀ ਬੋਲੀ ਰਾਤ ਉਹ ਕਿਵੇਂ ਨਾ ਕਿਵੇਂ ਜਾਗ ਕੇ ਜਾਗੋ ਮਿੱਟੀ ਲੇਟ ਕੇ ਸਹਿਮ ਨਾਲ ਤ੍ਰਹਿ ਕੇ ਆਖਰ ਪੂਰੀ ਕਰ ਲਈ। ਦਿਨ ਚੜਿਆ ਤਾਂ ਦੁੱਧੋਂ ਸਖਣੀ ਚਾਹ ਪੀਤੀ, ਮਿੱਠਾ ਵੀ ਨਹੀਂ ਪਾਇਆ। ਫਿਰ ਰੋਟੀ ਪਕਾਉਣ ਲੱਗ ਪਈ। ਕੁਵੇਲਾ ਬਹੁਤ ਹੋ ਗਿਆ ਸੀ, ਪਰ ਮੁੰਡੂ ਸਬਜ਼ੀ ਲੈ ਕੇ ਨਹੀਂ ਸੀ ਆਇਆ। ਉਹਨੂੰ ਚਿੱਤੋਂ ਪੱਕ ਹੀ ਹੋ ਗਿਆ ਸੀ ਕਿ ਹੁਣ ਕੋਈ ਵੀ ਉਹਦੀ ਬਾਤ ਪੁੱਛਣ ਨਹੀਂ ਆਏਗਾ। ਇੱਥੋਂ ਤੱਕ ਕਿ ਭਗਵਾਨ ਵੀ ਉੱਕਾ ਨਹੀਂ ਵਾਚਣਗੇ। ਪਰ ਮੀਰਾ ਤਾਂ ਕਹਿੰਦੀ ਸੀ ਜਿਹਦਾ ਕੋਈ ਨਹੀਂ ਉਹਦਾ ਗਿਰਧਰ ਗੋਪਾਲ ਹੁੰਦਾ। ਮਨ 'ਚ ਸ਼ੰਕੇ ਤੇ ਸ਼ੰਕਾ ਉੱਠ ਰਿਹਾ ਸੀ। ਭਗਵਾਨ ਆਪਣੇ ਦਿਸਦੇ ਸਨ, ਪਰ ਉਹਨਾਂ ਦੀਆਂ ਅੱਖਾਂ 'ਚ ਬਗਾਨੇਪਨ ਦਾ ਇੱਕ ਅਜੀਬ ਰੰਗ ਸੀ। ਹੋ ਸਕਦਾ ਮਨ ਦੀ ਦੁਬਿਧਾ ਹੋਵੇ, ਪਰ ਇਹ ਦੁਬਿਧਾ ਵੱਧਦੀ ਜਾਂਦੀ ਸੀ। ਸ਼ੰਕੇ ਨਿਵਰਤ ਨਹੀਂ ਸਨ ਹੋ ਰਹੇ।
ਅੰਤ ਕਰਮਾਂ ਦੇ ਚੱਕਰ ਵਿੱਚ ਪਿਆ ਮਨ ਆਪਣੇ ਪਿਛੋਕੜ ਵੱਲ ਹੋ ਤੁਰਿਆ। ਨਿਰੇ ਉਜਾੜ, ਰੱਕੜ, ਖੜ ਸੁੱਕ ਰੁੱਖਾਂ ਨਾਲ ਭਰੀ ਧਰਤੀ ਵਰਗੇ ਸ਼ਹਿਰ ਗਰਾਂ ਦਿਸਣ ਲੱਗ ਪਏ। ਮਾਪੇ, ਭਰਾ, ਭੈਣਾਂ ਸਭ ਦੇ ਮੂੰਹ ਇਹਨਾਂ ਰੁੱਖਾਂ ਵਰਗੇ ਖਰਵੇ ਤੇ ਤਰੇੜੇ ਹੋਏ ਦਿਸੇ, ਪਰ ਕਿਤੇ ਇੱਕ ਫੁੱਲ ਸੁੱਕੇ ਰੁੱਖ ਦਰਖਤਾਂ ਦੀਆਂ ਜੜ੍ਹਾਂ ਵਿੱਚੋਂ ਸਿਰ ਕੱਢੀ ਝਾਕਦਾ ਵੀ ਦਿਸ ਪਿਆ। ਉਦਾਸੇ ਡੁੱਬਦੇ ਮਨ ਨੂੰ ਤੀਲੇ ਵਰਗੇ ਸਹਾਰੇ ਦੀ ਆਸ ਬੱਝਦਿਆਂ ਹੀ ਕਿਸ਼ਤੀ ਭਵਸਾਗਰ 'ਚੋਂ ਪਾਰ ਲੱਗਦੀ ਜਾਪੀ ਤੇ ਉਸੇ ਰਾਤ ਚੁੱਪਚਾਪ ਆਪਣੀ ਟਰੰਕੀ ਚੁੱਕ ਕੇ ਸਭੋ ਕੁਝ ਸੁੰਨਾ ਛੱਡ ਕੇ ਉਹ ਇਸ ਭਵਸਾਗਰੋਂ ਪਾਰ ਲੰਘਣ ਲਈ ਆਪਣੇ ਖਵਈਆ ਕੋਲ ਤੁਰ ਗਈ। ਧੰਨਵਾਦ।